इन न्यूज़ पंजाब, हरियाणा, हिमाचल। रविजीत सिंह जी, उनसे विनती करूंगा कि सीधा उन्हें मंच पे लेकर आएं। बलवीर सिंह सिद्धू जी जो लगातार बहुत बहुत सारे ना धन्यवाद। ये लंच रेडी है कि मेरे उनको बुलाना चाहूंगा। आईबीओ के जनरल सेक्रेटरी हरमिंदरजीत सिंह जी मंच पे आए और पंकज सिंगला जी और हमारे बीच में संजीव गर्ग जी हैं, कृपा वो भी। प्रेसिडेंट रविजीत सिंह जी से कहूंगा कि फूलों का गुलदस्ता देके आए हुए हमारे मेहमान बलवीर सिद्धू जी का स्वागत करें। तालियों के साथ बलवीर जी का स्वागत। इसके साथ साथ ही टेनर के मैनेजिंग बहुत बहुत धन्यवाद। सर नाल हो जाओ, सामने देखो, सामने एक मिनट सर, पास आओ, फोटो खींच भी नाल आ जाओ सर सामने देखा जी, सामने सर, ठीक है जी। सम्मानित मंच बेदी साहब और सम्मानित मंच और आए हुए इंडस्ट्रियल बिजनेस ऑनर एसोसिएशन के कार्यकारिणी सदस्य और सदस्यगण, भाइयों और बहनों, आज हमारी एसोसिएशन के द्वारा बलवीर सिद्धू जी के स्वागत का कार्यक्रम यहां पे रखा गया है। जैसा कि आप जानते हैं कि पंजाब में इलेक्शनों का दौर चल रहा है और बलवीर जी को एक बार फिर पार्टी के द्वारा मोहाली से टिकट देकर युद्ध के मैदान में भेजा गया है कि वो जीत के आए और फिर से लोगों की सेवा करें। दोस्तों, बलवीर जी के बारे में बताना चाहूंगा कि बलवीर जी 19 साल की उम्र में राजनीतिक क्षेत्र में प्रवेश कर गए थे और तब से लेके अब तक पार्टी की अलग अलग पोस्टों के ऊपर कार्यरत रहते हुए 15 सालों से लगातार वो यहां एमएलए रहे, कैबिनेट मंत्री रहे और आज एक बार फिर वो मैदान में डटे हुए हैं। पाना बाकी है, अभी तो असली मंजिल पाना बाकी है, अभी तो इरादों का इम्तिहान बाकी है, अभी तो तोली है मुट्ठी भर जमीन, अभी तोलना आसमान बाकी है, अभी तोलना आसमान बाकी है। क्योंकि बलवीर जी के द्वारा अपने हलके में हर व्यक्ति के काम करना, उनके साथ मिलनसार ये रहना उनकी शख्सियत है। अब इनके बारे में आगे मैं सीधे तौर पर करना चाहना कि जोरदार तालियां नाल बलवीर सिद्धू जी का स्वागत किया जाए। मैं सरदार बलवीर सिंह जी, फॉर्मर हेल्थ मिनिस्टर पंजाब,
ਤੇ ਸਮੁੱਚੀ ਇੰਡਸਟਰੀਅਲ ਓਨਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜੀ ਆਇਆਂ ਆਖਦਾ ਹਾਂ। ਹੱਥ ਦੇਖੋ ਕਿਵੇਂ ਕੰਮ ਕਹਿੰਦੇ ਨਾ, ਤਜਰਬੇ ਨਾਲ ਨਹੀਂ ਆਉਂਦੀ ਅਕਲ ਕਦੇ, ਪਰ ਅਕਲ ਨਾਲ ਤਜਰਬਾ ਆ ਜਾਂਦਾ ਹੈ। ਬੰਦਾ ਚੰਗਾ ਜਾਂ ਮੰਦਾ ਨਹੀਂ ਹੁੰਦਾ, ਜਦੋਂ ਆਪਣੀ ਆਈ ਤੇ ਆਏ ਤੇ ਫਿਰ ਆ ਹੀ ਜਾਂਦਾ ਹੈ। ਸੋ ਤੁਸੀਂ ਸਰ ਆਪਣੇ ਕੰਮ ਵਿੱਚ ਮਾਹਿਰ ਹੋ। ਜਦੋਂ ਇਨਸਾਨ ਹਜ਼ਾਰਾਂ ਵਿੱਚ ਇੱਕ ਹੁੰਦਾ ਹੈ ਤਾਂ ਉਹ ਚੁਣ ਲਿਆ ਜਾਂਦਾ ਹੈ, ਤੇ ਮੈਨੂੰ ਪੂਰੀ ਉਮੀਦ ਹੈ ਕਿ ਬਿਹਤਰੀਨ ਤੋਂ ਬਿਹਤਰੀਨ ਹੋਣ ਦੀ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੋਗੇ। ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦਾ ਜਨਮ ਬਰਨਾਲਾ ਸ਼ਹਿਰ ਵਿੱਚ ਹੋਇਆ। ਸਰਦਾਰ ਬਲਬੀਰ ਸਿੰਘ ਜੀ ਸਿੱਧੂ ਤਪਾ ਅੱਛਾ ਸਰਦਾਰ ਬਲਬੀਰ ਸਿੰਘ ਜੀ ਸਿੱਧੂ ਸਨ 2007, 2012 ਤੇ 2017 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤ ਕੇ ਆਏ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਸ਼ਹਿਰ ਦੇ ਲੋਕਾਂ ਨਾਲ ਉਹਨਾਂ ਦਾ ਕਿੰਨਾ ਪਿਆਰ ਹੈ। ਇਸ ਸ਼ਹਿਰ ਦੇ ਬੱਚੇ ਨੂੰ ਬੱਚੇ ਨੂੰ ਬਲਬੀਰ ਸਿੰਘ ਸਿੱਧੂ ਜੀ ਦੀ ਪਹਿਚਾਣ ਹੈ। ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦੀ ਗਰਾਊਂਡ ਲੈਵਲ ਤੇ ਇੱਕ ਬੰਦੇ ਨਾਲ ਕਨੈਕਟੀਵਿਟੀ ਹੈ। ਉਹਨਾਂ ਦਾ ਰੋਜ਼ ਸਵੇਰੇ ਉੱਠ ਕੇ ਸੰਗਤ ਦਰਸ਼ਨ ਵਿੱਚ ਇੱਕ ਬੰਦੇ ਦੀਆਂ ਮੁਸ਼ਕਲਾਂ ਨੂੰ ਸੁਣਨਾ ਤੇ ਉਹਨਾਂ ਦਾ ਹੱਲ ਕਰਨਾ ਹੀ ਉਹਨਾਂ ਦੀ ਕਾਮਯਾਬੀ ਦਾ ਰਾਜ਼ ਹੈ। ਕਾਲਜ ਦਾ ਵੀ ਨੀਂਹ ਪੱਥਰ ਰੱਖਿਆ ਹੈ। ਹੈਲਥ ਮਿਨਿਸਟਰ ਹੋਣ ਦੇ ਨਾਲ ਬਲਬੀਰ ਸਿੰਘ ਸਿੱਧੂ ਜੀ ਨੇ ਸੈਕਟਰ 66 ਵਿੱਚ ਮੁਹਾਲੀ ਵਿੱਚ 350 ਬੈੱਡ ਦਾ ਹਸਪੀਟਲ, ਜੋ ਕਿ ਲਗਭਗ 9 ਏਕੜ ਦਾ ਹੈ, ਦਾ ਨੀਂਹ ਪੱਥਰ ਵੀ ਰੱਖਿਆ ਹੈ। ਹੈਲਥ ਮਿਨਿਸਟਰ ਹੋਣ ਦੇ ਨਾਲ ਬਲਬੀਰ ਸਿੰਘ ਸਿੱਧੂ ਜੀ ਨੇ ਬਾਕੀ ਹੋਰ ਵੀ ਬਹੁਤ ਸਾਰੇ ਕੰਮ, ਜਿਹਦੇ ਵਿੱਚ ਲਾਂਡਰਾ ਚੌਕ ਦਾ ਟ੍ਰੈਫਿਕ ਕੰਜੈਸ਼ਨ, ਜਿਸ ਤੋਂ ਸਾਰਾ ਸ਼ਹਿਰ ਪਿਛਲੇ 20 ਸਾਲ ਤੋਂ ਪਰੇਸ਼ਾਨ ਸੀ, ਥੋੜੇ ਹੀ ਸਮੇਂ ਦੇ ਵਿੱਚ ਬਣਵਾਇਆ। ਹੋਰ ਬਹੁਤ ਸਾਰੇ ਕੰਮ, ਜਿਵੇਂ ਵਾਟਰ ਟ੍ਰੀਟਮੈਂਟ ਪਲਾਂਟ, ਸੈਕਟਰ 77 ਵਿੱਚ ਬਣੇ ਬੱਸ ਸਟੈਂਡ ਦੀ, ਨਵੇਂ ਬੱਸ ਸਟੈਂਡ ਦੀ ਉਸਾਰੀ, ਸੈਕਟਰ 78 ਵਿੱਚ ਆਡੀਟੋਰੀਅਮ ਦਾ ਵੀ ਨੀਂਹ ਪੱਥਰ ਰੱਖਿਆ ਹੈ। ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦੇ ਨਾਲ ਮੈਂ ਮੁਹਾਲੀ ਦੇ ਮੇਅਰ ਸਰਦਾਰ ਅਮਰਜੀਤ ਸਿੰਘ ਸਿੱਧੂ ਜੀ ਦੇ ਬਾਰੇ ਕਹਿਣਾ ਚਾਹਾਂਗਾ। ਨਤੀਜਿਆਂ ਦਾ ਕੱਦ ਸਦਾ ਮਿਹਨਤ ਦੀ ਖੁਰਾਕ ਤੇ ਹੀ ਨਿਰਭਰ ਕਰਦਾ ਹੈ। ਮੈਂ ਅਮਰਜੀਤ ਸਿੰਘ ਸਿੱਧੂ ਜੀ ਨੂੰ, ਜਿਨ੍ਹਾਂ ਨੂੰ ਸਾਰਾ ਸ਼ਹਿਰ ਜੀਤੀ ਸਿੱਧੂ ਨਾਲ ਜਾਣਦਾ ਹੈ, ਉਹਨਾਂ ਦੇ ਕੰਮਾਂ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਾਂ। ਮੈਂ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਸਰਦਾਰ ਬਲਬੀਰ ਸਿੰਘ ਸਿੱਧੂ ਨੂੰ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਆਸ਼ਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸੇ ਹੀ ਤਰ੍ਹਾਂ ਸ਼ਹਿਰ ਦਾ ਵਿਕਾਸ ਕਰਦੇ ਰਹਿਣਗੇ। बहुत बहुत धन्यवाद। ਤੇ ਜੋ ਸਾਡੇ ਅੱਜ ਦੇ ਹੋਸਟ ਡਾਕਟਰ ਪੀਜੇ ਸਿੰਘ ਜੀ, ਔਰ ਐਸਐਸ ਦੇ ਪ੍ਰਧਾਨ ਰਵੀਜੀਤ ਸਿੰਘ ਜੀ, ਮੇਅਰ ਸਾਹਿਬ, ਡਿਪਟੀ ਮੇਅਰ ਸਾਹਿਬ ਤੇ ਬਾਕੀ ਸਾਰੇ ਪਵਿੱਤਰ ਬੋਡੀ ਦੇ ਦਰਜਾ ਮੈਂਬਰਾਂ ਸਾਹਿਬ, ਔਰ ਸਾਹਮਣੇ ਬੈਠੇ ਸਾਰੇ ਮੇਰੇ ਇੰਡਸਟਰੀਅਲ ਭਰਾ ਤੇ ਭੈਣੋ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਮੇਰੀ ਇਲੈਕਸ਼ਨ ਕੈਂਪੇਨ ਨੂੰ ਲੜਾ ਦੇਣ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿ ਤੁਸੀਂ ਆਪਣੀ ਇੱਕ ਮੀਟਿੰਗ ਕਰਕੇ ਜੋ ਸਮਾਂ ਦਿੱਤਾ ਹੈ। ਤੁਸੀਂ ਬੜਾ ਥੋੜਾ ਬਿਜੀ ਸ਼ਡਿਊਲ ਹੁੰਦਾ ਹੈ ਤੇ ਇੱਥੇ ਆਏ ਹੋ। ਪ੍ਰੋਜੈਕਟ ਜਿਹੜਾ ਕਿ 2013 ਚ ਮਨਜ਼ੂਰ ਹੋਇਆ ਸੀ, ਪਰ 4 ਸਾਲ ਸਰਕਾਰ ਕਰਜ਼ਾ ਦੇ ਹੋਣ ਕਰਕੇ ਕਦੇ ਉਹਨੂੰ ਗੁਰਦਾਸਪੁਰ ਲਿਆ ਰਹੇ, ਕਦੇ ਬਠਿੰਡੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕਿ ਮੈਂ ਅੰਮ੍ਰਿਤਸਰ ਸੁਣੇ ਰਹੀ ਉਮਰ ਬਾਬ ਨੂੰ ਵੀ ਯਾਦ, ਜਿਵੇਂ ਹੈਲਥ ਮਿਨਿਸਟਰ ਸੀ, ਉਹ ਮਨਜ਼ੂਰ ਕਰਾਇਆ ਸੀ ਮੋਹਾਲੀ ਵਾਸਤੇ। ਪਰ ਅੱਜ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਅੱਜ ਉੱਥੇ 100 ਬੱਚਾ ਆਪਣੀ ਉਹਨੇ ਐਡਮਿਸ਼ਨ ਲੈ ਲਈ ਹੈ ਤੇ ਕੋਰਸ ਸਟਾਰਟ ਹੈ। ਉਸ ਤੋਂ ਇਲਾਵਾ ਨਰਸਿੰਗ ਕਾਲਜ
ਜਿਹੜਾ ਕਿ 3 ਏਕੜ ਦੇ ਵਿੱਚ ਅਸੀਂ 27 ਕਰੋੜ ਦੀ ਲਾਗਤ ਨਾਲ ਬਣਾਉਣ ਜਾ ਰਹੇ ਹਾਂ 200 ਸੀਟ ਦਾ, ਉਹ ਵੀ ਅਗਲੇ ਸਾਲ ਤੱਕ ਤਿਆਰ ਹੋ ਜਾਏਗਾ। ਤੁਹਾਡੇ ਨਾਲ ਹੀ 66 ਸੈਕਟਰ ਦੇ ਵਿੱਚ ਇੱਕ 350 ਬੈੱਡ ਦਾ ਹਸਪੀਟਲ ਔਰ ਬਕਾਇਦਾ ਫਿਰ ਜਿਹੜਾ ਬਲੱਡ ਸਪਲਾਈ ਦਾ ਕੰਮ ਸੀਗਾ, ਬਲੱਡ ਟ੍ਰੀਟਮੈਂਟ ਪਲਾਂਟ ਲਾਇਆ BNB ਦਾ, ਜਿਹੜਾ ਕਿ ਅਸੀਂ ਚਲਾਤਾ ਹੈ, ਜਿਹੜਾ ਕਿ ਅਗਲੇ ਜਦੋਂ ਸਾਡੇ ਕੋਲੇ ਹੁਣ 45 MUD ਪਾਣੀ ਹੋ ਗਿਆ ਆਪਣਾ, 10 MUD ਹੋ ਜਾਣਾ ਤੇ 55 MUD ਪਾਣੀ ਸਾਡੇ ਕੋਲੇ ਹੋਏਗਾ ਤੇ 1 MUD ਪਾਣੀ 30,000 ਦੀ ਪਾਪੂਲੇਸ਼ਨ ਵਾਸਤੇ ਸਫੀਸ਼ੀਐਂਟ ਹੁੰਦਾ ਹੈ। ਤਕਰੀਬਨ ਅਸੀਂ 18-20 ਲੱਖ ਦੀ ਪਾਪੂਲੇਸ਼ਨ ਨੂੰ ਅਸੀਂ ਪਾਣੀ ਦੇ ਸਕਾਂਗੇ ਔਰ ਜਿਹੜਾ ਅਗਲੇ 20 ਸਾਲ ਤੱਕ ਸਾਡੀ ਪਾਪੂਲੇਸ਼ਨ ਵਧਣੀ ਆ ਉਹਦੇ ਬਾਅਦ ਅਸੀਂ ਆਪਣਾ ਇੰਤਜ਼ਾਮ ਕਰ ਲਏ। ਉਸ ਤੋਂ ਇਲਾਵਾ ਤੁਹਾਡੇ ਨਾਲ ਹੀ ਇੱਥੇ ਸੈਕਟਰ 83 ਦੇ ਵਿੱਚ ਇੱਕ ਐਸੀ ਟੈਕਨੋਲੋਜੀ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਟੈਂਡਰ ਹੋ ਕੇ ਕੰਮ ਸ਼ੁਰੂ ਹੋ ਗਿਆ ਹੈ। 145 ਕਰੋੜ ਦੀ ਲਾਗਤ, ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਹੈ ਉਹ 375 ਕਰੋੜ ਦਾ ਪ੍ਰੋਜੈਕਟ ਹੈ, ਇਹ 145 ਕਰੋੜ ਦਾ ਹੈ। ਉਹ ਨਾਰਥਰਨ ਇੰਡੀਆ 'ਚ ਪਹਿਲਾ ਪ੍ਰੋਜੈਕਟ ਹੈ, ਇਹ ਇੰਡੀਆ 'ਚ ਪਹਿਲਾ ਪ੍ਰੋਜੈਕਟ ਹੈ ਜਿੱਥੇ 5 MUD ਪਾਣੀ ਅਸੀਂ 88 ਟ੍ਰੀਟ ਕਰਕੇ, ਪਰ ਉਹਦੇ ਨਾਲ ਜਿਹੜੇ ਸਾਡੇ ਅਗਲੇ ਸੈਕਟਰ ਨੇ ਉੱਥੇ ਅਸੀਂ 2 ਕਨੈਕਸ਼ਨ ਦਿਆਂਗੇ। ਤੁਸੀਂ ਪਹਿਚਾਣ ਨਹੀਂ ਪਾਓਗੇ ਕਿ ਕਿਹੜਾ ਪਾਣੀ ਸੀਵਰੇਜ ਦਾ ਟ੍ਰੀਟ ਕੀਤਾ ਹੋਇਆ ਤਾਂ ਕਿਹੜਾ ਪਾਣੀ ਆਮ ਪੀਣ ਵਾਲਾ ਪਾਣੀ ਹੈ। ਤੇ ਕੰਸਟਰਕਸ਼ਨ ਔਰ ਪਲੱਸ ਤੁਹਾਡੀ ਹਾਰਟੀਕਲਚਰ, ਇਰੀਗੇਸ਼ਨ ਹੋ ਗਈ, ਕਾਰਾਂ ਧੋਣ ਨੂੰ ਜਾਂ ਤੁਹਾਡੇ ਜਿਹੜੇ ਆਮ ਵਰਤੋਂ ਜਿਹੜੀਆਂ ਤੁਸੀਂ ਉਹ ਪਾਣੀ ਯੂਜ਼ ਕਰ ਲਓਗੇ ਤੇ ਇੱਕ ਡਰਿੰਕਿੰਗ ਵਾਟਰ ਵਾਸਤੇ ਵੱਖਰਾ ਤੁਹਾਨੂੰ ਕਨੈਕਸ਼ਨ ਦਿੱਤਾ ਜਾਊਗਾ। ਵੀ ਜਦੋਂ ਅਸੀਂ ਜੇ ਪੂਰਾ ਸਾਡੀ ਫੁੱਲ ਹੋ ਜਾਏਗੀ ਤਾਂ 15 MUD ਪਾਣੀ ਨੂੰ ਅਸੀਂ ਟੈਸਟ ਕਰਕੇ ਸਾਰੇ ਸ਼ਹਿਰ ਨੂੰ ਉਹਦੇ ਨਾਲ ਜੋੜਾਂਗੇ ਤਾਂ ਕਿ ਅਸੀਂ ਜਿਹੜਾ 15 MUD ਪਾਣੀ ਸਾਡਾ ਡਰਿੰਕਿੰਗ ਵਾਟਰ ਨੂੰ ਹੋਰ ਸੇਵ ਕਰ ਲਾਂਗੇ ਤੇ ਫਿਰ ਸਾਡੇ ਕੋਲੇ ਅਗਲੇ ਦਾ 5-4 ਸਾਲ ਤੱਕ ਸਾਨੂੰ ਕੋਈ ਦਿੱਕਤ ਨਹੀਂ ਆਉਣੀ। ਜਿਹੜੇ ਟਿਊਬਵੈੱਲ ਨੇ ਸਾਰੇ ਨੂੰ ਸਟੈਂਡ ਬਾਈ ਕਰਾਂਗੇ। ਸ਼ਹਿਰ ਦਾ ਬੱਸ ਸਟੈਂਡ ਬਿਲਕੁਲ ਇੱਕ ਸਾਈਡ 'ਤੇ ਬਣ ਗਿਆ ਸੀ ਔਰ ਉਸ ਬੱਸ ਸਟੈਂਡ ਨੂੰ ਅਸੀਂ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨਾਲ ਜਿਹੜਾ 14 ਏਕੜ ਲੈਂਡ ਜਿੱਥੇ ਗ੍ਰੇਨ ਮਾਰਕੀਟ ਸੀ ਉਹ 'ਚ ਲੈ ਕੇ ਆ ਰਹੇ ਹਾਂ ਕਿ ਬਾਹਰੋਂ ਬਾਹਰ ਬੱਸਾਂ 17 ਤੋਂ 43 ਸਿੱਧੀਆਂ ਬਾਹਰੋਂ ਬਾਹਰ ਸਾਡੇ ਸ਼ਹਿਰ 'ਚੋਂ ਹੋ ਕੇ ਏਅਰਪੋਰਟ ਰੋਡ ਤੋਂ ਖਰੜ ਵੱਲ ਨੂੰ ਜਾਂ ਪਟਿਆਲੇ ਨੂੰ ਜਾਂ ਫਤਿਹਗੜ੍ਹ ਸਾਹਿਬ ਜਾਣ ਤੇ ਸ਼ਹਿਰ 'ਚ ਟ੍ਰੈਫਿਕ ਵੀ ਹੋਏਗਾ ਤੇ ਲੋਕਾਂ ਨੂੰ ਇੱਕ ਅੱਛਾ ਵਧੀਆ ਬੱਸ ਟਰਮੀਨਲ ਵੀ ਇੱਥੇ ਦਿਆਂਗੇ, ਜਿਹੜਾ ਕਿ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਉਸ ਤੋਂ ਇਲਾਵਾ 70 ਸਾਡੀ ਜੋ ਗੁਲਾਈ ਸੀ ਰੋਡ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਆ ਗਿਆ ਸੀ, ਉਹ ਗੁਰਦੁਆਰਾ ਸਾਹਿਬ ਦੇ ਨਾਲ ਵੀ ਬਕਾਇਦਾ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਜਿੰਨੀ ਲੈਂਡ ਹੈ ਉਲਟੇ ਪਾਸੇ ਲੈਂਡ ਪਲੱਸ 2.5 ਕਰੋੜ ਰੁਪਏ ਦੇ ਕੇ ਉਹਨੂੰ ਰਿਮੂਵ ਕਰਾਂਗੇ ਤਾਂ ਕਿ ਉੱਥੇ ਜੋ ਐਕਸੀਡੈਂਟ ਪ੍ਰੋਨ ਏਰੀਆ ਬਣਿਆ ਹੋਇਆ ਉਹਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਕਿ ਉੱਥੇ ਬੜੀਆਂ ਕੀਮਤੀ ਜਾਨਾਂ ਹੁਣ ਤੱਕ 50-60 ਮੌਤਾਂ ਹੋ ਚੁੱਕੀਆਂ ਨੇ, ਜਿਹੜੇ ਕਿ ਬਹੁਤ ਵੱਡਾ ਮੇਜਰ ਲਾਸ ਹੈ, ਉਹ ਲਾਸ ਨੂੰ ਰੋਕਿਆ ਜਾ ਸਕੇ। ਉਹ ਵੀ ਅਸੀਂ ਅਗਲੇ 1 ਸਾਲ 'ਚ ਮੈਂ ਪਾਸ ਕਰਵਾਤਾ ਹੈ, ਅਗਲੇ 1 ਸਾਲ ਦੇ ਅੰਦਰ ਉੱਥੋਂ ਰਿਮੂਵ ਹੋ ਜਾਏਗਾ ਤੇ ਸਾਡਾ ਜਿਹੜਾ ਰਸਤਾ ਹੈ ਬਿਲਕੁਲ ਸਿੱਧਾ ਸਟ੍ਰੇਟ ਫਾਰਵਰਡ ਹੋ ਜਾਊ। ਉਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਆਡੀਟੋਰੀਅਮ ਟੈਗੋਰ ਥੀਏਟਰ ਚੰਡੀਗੜ੍ਹ ਸੀ, ਮੋਹਾਲੀ 'ਚ ਕੋਈ ਹੈ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਵਾਸਤੇ, ਤਾਂ ਉਹ ਵੀ ਅਸੀਂ 15 ਕਰੋੜ ਦੀ ਲਾਗਤ ਨਾਲ ਕਾਰਪੋਰੇਸ਼ਨ ਨੇ ਬਣਾਉਣਾ ਹੈਗਾ। ਜ਼ਮੀਨ 2.5 ਏਕੜ ਲੈ ਕੇ ਉਹਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਤੇ ਹੁਣ ਉਹਦੇ ਡਿਜ਼ਾਈਨ ਵਗੈਰਾ ਤਿਆਰ ਹੋ ਰਹੇ ਨੇ ਤੇ ਜਲਦੀ ਬਣ ਕੇ ਤਿਆਰ ਹੋ ਜਾਏਗਾ। 2 ਡਿਸਪੈਂਸਰੀਆਂ 60 ਤੇ 79 ਦੇ ਵਿੱਚ, ਇੱਕ ਪਲੱਸ 2 ਤੱਕ ਦਾ ਸਕੂਲ 13 ਕਰੋੜ ਦੀ ਲਾਗਤ ਨਾਲ 11 ਫੀਟ ਬਣਾਇਆ ਜਾ ਰਿਹਾ, ਪਲੱਸ ਜਿੰਨਾ ਵੀ ਇੱਥੇ ਦੇ ਜਿਹੜਾ ਇਨਫਰਾਸਟ੍ਰਕਚਰ ਹੈ ਜਿੰਨਾ ਅਸੀਂ ਬਿਹਤਰ ਬਣਾਵਾਂਗੇ ਉਹਨੇ ਸਾਨੂੰ ਬਿਹਤਰ ਉਹਦੇ ਰਿਜ਼ਲਟ ਆਉਣਗੇ। ਤੁਸੀਂ ਲਾਂਡਰਾ ਚੌਕ ਤੁਸੀਂ ਦੇਖ ਲਿਆ ਹੋਣਾ ਕਿ ਤੁਸੀਂ ਸਾਰੇ ਮੰਡੀ ਗੋਬਿੰਦਗੜ੍ਹ ਜਾਂ ਹੋਰ ਕਿਤੇ ਜਾਂਦੇ ਸੀ ਤਾਂ ਘੰਟਾ ਜਾਮ 'ਚ ਅਸੀਂ ਫਸਦੇ ਸੀ, ਪਰ ਅੱਜ ਅਸੀਂ ਉਸ ਗੱਲ ਨੂੰ ਖਤਮ ਕਰਤਾ ਹੈ। 27.5 ਕਰੋੜ ਖਰਚ ਕਰਕੇ ਬਿਲਕੁਲ ਤੁਸੀਂ ਜਾਓ, ਤੁਸੀਂ ਪੌਣੇ ਘੰਟੇ 'ਚ ਮੰਡੀ ਗੋਬਿੰਦਗੜ੍ਹ ਪਹੁੰਚ ਜਾਓਗੇ, ਇੰਨਾ ਸੌਖਾ ਹੋ ਗਿਆ। ਪਲੱਸ ਜਿਹੜੀ ਤੁਹਾਡੀ ਇੱਕ ਰੋਡ ਹੋਰ ਹੈ ਜਿਹੜੀ ਆਪਰੇਸ਼ਨ ਦੀ ਜਾ ਰਹੀ ਹੈ, ਉਹਦਾ ਬ੍ਰਿਜ ਜਿਹੜਾ ਚੌਮਾਜਰੇ ਪਿੰਡ ਕੋਲ ਲੱਗ ਰਿਹਾ, ਉਹ ਵੀ ਅਗਲੇ 3-4 ਮਹੀਨਿਆਂ 'ਚ ਬਣ ਕੇ ਤਿਆਰ ਹੋ ਜਾਊਗਾ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਆਵਾਜਾਈ ਜਿਹੜੀ ਸਾਡੀ ਟ੍ਰੈਫਿਕ ਹੈ ਇਸ ਏਅਰਪੋਰਟ ਰੋਡ 'ਤੇ ਉਹ ਘਟ ਜਾਏਗੀ ਤੇ ਸਾਨੂੰ ਕਈ ਰੋਡਾਂ ਜਿਹੜੀਆਂ ਅਪਰੋਚ ਰੋਡ ਹੋਣਗੀਆਂ ਜਿਹਨਾਂ ਰਾਹੀਂ ਅਸੀਂ ਅੱਗੇ ਵੱਧ ਸਕਾਂਗੇ। ਅੱਜ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਇਹ ਸੈਕਟਰ 82 ਹੋ ਗਿਆ, 91 ਹੋ ਗਿਆ ਜਾਂ 92 ਸੈਕਟਰ ਦੀ ਗੱਲ ਕਰੀਏ ਜਾਂ 83 ਜਾਂ ਸਾਹਮਣੇ ਵਾਲੇ ਕੁਛ ਏਰੀਆ ਹੈ, ਇਹ ਸਾਰਾ ਅਪ ਟੂ ਬਲੌਂਗੀ ਉਸ ਰੋਡ ਤੱਕ ਇਹ ਕਾਰਪੋਰੇਸ਼ਨ ਦਾ ਹਿੱਸਾ ਬਣ ਚੁੱਕਿਆ ਔਰ ਅਗਲੇ ਆਬਜੈਕਸ਼ਨ ਦੀ ਡੇਟ ਸੀ, ਕੁਦਰਤੀ ਕੋਡ ਆਫ ਕੰਡਕਟ ਲੱਗ ਗਿਆ, ਉਹ ਡੇਟ ਲੰਘ ਚੁੱਕੀ ਹੈ ਤੇ ਅਸੀਂ 10 ਮਾਰਚ ਤੋਂ ਬਾਅਦ ਤੁਹਾਨੂੰ ਬਕਾਇਦਾ ਜਿਹੜੀਆਂ ਸਹੂਲਤਾਂ ਨੇ ਉਹ ਕਾਰਪੋਰੇਸ਼ਨ ਤੋਂ ਇੱਥੇ ਮਿਲਣਗੀਆਂ, ਨਾ ਕਿ ਤੁਸੀਂ ਕਿਸੇ ਬਿਲਡਰ ਉੱਤੇ ਡਿਪੈਂਡ ਹੋਵੋਗੇ। ਇਹ ਤੁਹਾਡੇ ਨਾਲ ਜਿਹੜੀ ਮੈਂ ਗੱਲ ਕਰਕੇ ਜਾ ਰਿਹਾ
ਔਰ ਤੁਹਾਨੂੰ ਜੋ ਮੈਨੂੰ ਪਤਾ ਕਿ ਬਹੁਤ ਸਾਰੀਆਂ ਦਿੱਕਤਾਂ ਉਧਰ 91 ਚ ਵੀ ਬਹੁਤ ਨੇ, ਉੱਥੋਂ ਦੇ ਜਿਹੜੇ ਵਸਿੰਦੇ ਨੇ। ਅੱਜ ਸਾਡੇ ਜੋ ਸਰ ਕੁਲਵੰਤ ਸਿੰਘ ਆਪਣੇ ਆਪ ਨੂੰ ਮੇਅਰ ਦੱਸਦੇ, ਮੇਅਰ ਤਾਂ ਅਸੀਂ ਬਣਾਇਆ ਸੀ, ਵੈਸੇ ਤਾਂ 10 ਹੀ ਵੋਟਾਂ ਸੀਗੀਆਂ, ਸਾਡੀਆਂ 17 ਸੀ, ਤੇ ਉਹਦੇ ਸੈਕਟਰ ਨੇ ਇਹ। ਔਰ ਜੇਕਰ ਜਿਹੜਾ ਬੰਦਾ ਆਪਣੇ 2-3 ਸੈਕਟਰਾਂ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਿਆ ਤੇ ਬਾਕੀ ਸਾਰੀ ਕੰਸਟੀਟਿਊਂਸੀ ਦਾ ਕਿੱਦਾਂ ਖਿਆਲ ਰੱਖੇਗਾ? ਠੀਕ ਆ, ਉਹ ਅੱਛਾ ਬਿਜ਼ਨਸਮੈਨ ਆ, ਚੰਗੇ ਪੈਸੇ ਇਕੱਠੇ ਕਰ ਸਕਦਾ ਹੈ, ਲੇਕਿਨ ਜਦੋਂ ਤੁਸੀਂ ਇਸ ਪਬਲਿਕ ਸਰਵਿਸ ਦੇ ਵਿੱਚ ਆਉਂਦੇ ਹੋ, ਜਦ ਲੋਕਾਂ ਦੇ ਸੇਵਾ ਵਾਸਤੇ ਆਉਂਦੇ ਹੋ, ਤਾਂ ਤੁਹਾਨੂੰ ਆਪਣੇ ਸਵਾਰਥ ਤਿਆਗਣੇ ਪੈਂਦੇ ਨੇ। ਮੈਂ ਤੁਹਾਨੂੰ ਇਹੀ ਕਹੂੰਗਾ ਵੀ ਜੇਕਰ ਤੁਸੀਂ ਇੱਕ ਬਿਲਕੁਲ ਨਿਰਪੱਖ ਜਿਹੜਾ ਨਿਰਪੱਖ ਵਧੀਆ ਤਰੀਕੇ ਨਾਲ ਤੁਹਾਡਾ ਵਿਕਾਸ ਵੀ ਹੋਵੇ ਤੇ ਤੁਹਾਨੂੰ ਸਾਰੀਆਂ ਸਹੂਲਤਾਂ ਵੀ ਉਪਲਬਧ ਹੋਣ, ਉਹ ਸਾਨੂੰ ਸਰਕਾਰ ਤੇ ਪਾਰਟੀ ਲਿਆਉਣ ਦੀ ਜ਼ਰੂਰਤ ਹੈ। ਔਰ ਦੂਸਰਾ, ਅਸੀਂ ਸਿਟੀ ਬੱਸ ਸਰਵਿਸ ਨੂੰ ਮਨਜ਼ੂਰੀ ਮਿਲ ਗਈ 15 ਅਪ੍ਰੈਲ ਤੋਂ ਬਾਅਦ। ਅਸੀਂ ਕਿਉਂ ਟੈਂਡਰ ਹੋਣਾ ਹੈ, ਟੈਂਡਰ ਹੋਣ ਨੂੰ 20-25 ਦਿਨ ਲੱਗਣੇ ਨੇ, ਤੇ ਤੁਹਾਡੇ 82 ਸੈਕਟਰ ਸਿਟੀ ਬੱਸ ਸਰਵਿਸ ਦਾ ਵੀ ਸਿਸਟਮ ਸ਼ੁਰੂ ਕਰ ਦਿਆਂਗੇ ਤਾਂ ਕਿ ਤੁਸੀਂ ਤੁਹਾਡੇ ਜਿਹੜੇ EMPLOYE ਨੇ ਜਾਂ ਜਿੰਨੇ ਵੀ ਸਾਡੇ ਵਰਕਰ ਨੇ ਉਹਨਾਂ ਦੀ ਆਵਾਜਾਈ ਵੀ ਸੌਖੀ ਹੋਵੇ। ਤੇ ਉਹਦੇ ਨਾਲ 28 ਰੂਟ ਅਸੀਂ ਤਿਆਰ ਕੀਤੇ ਨੇ। ਆਲਮੋਸਟ ਸਾਰੀ ਕੰਸਟੀਟਿਊਂਸੀ ਆਪਣੀ ਮੋਹਾਲੀ ਦੀ ਉਹ 'ਚ ਕਵਰ ਹੁੰਦੀ ਹੈ। ਮੈਂ ਤਾਂ ਕਹਾਂਗਾ ਵੀ ਅੱਜ ਮੋਹਾਲੀ ਨੂੰ ਅਸੀਂ ਜਿੰਨਾ ਡਿਵੈਲਪ ਕਰ ਲਾਂਗੇ ਉਨਾ ਘੱਟ ਹੈ, ਉਨਾ ਹੀ ਵੱਧ ਇਨਵੈਸਟਮੈਂਟ ਆਏਗੀ ਤੇ ਉਨੇ ਵੱਧ ਲੋਕਾਂ ਦਾ ਜਿਹੜਾ ਇੰਟਰਸਟ ਮੋਹਾਲੀ 'ਚ ਬਣੇਗਾ। ਮੈਂ ਕਰੋਨਾ ਦੌਰਾਨ ਜੋ ਤੁਸੀਂ ਦੇਖਿਆ ਔਰ ਵੈਕਸੀਨੇਸ਼ਨ ਬਾਰੇ ਗੱਲ ਕੀਤੀ ਹੈ, ਰਵੀਜੀਤ ਜੀ ਨੇ ਵੀ ਸਾਡੇ ਸਟੇਟ ਸੈਕਟਰੀ, ਵੈਕਸੀਨੇਸ਼ਨ ਮੋਹਾਲੀ ਸ਼ਹਿਰ ਦੀ ਹੋਈ ਹੈ ਜਿਹੜੀ ਸਭ ਤੋਂ ਹਾਈਐਸਟ ਹੈ। ਇੰਦੌਰ ਤੇ ਮੋਹਾਲੀ ਦੋਨੋਂ ਬਿਲਕੁਲ ਪਹਿਲੇ ਚੱਲ ਰਹੇ ਨੇ। ਔਰ ਜਿੰਨੇ ਜਿਹੜੇ ਅੱਜ ਜਿਹੜੇ ਦਿੱਲੀ ਵਾਲੇ ਇੱਥੇ ਗੱਲ ਕਰਦੇ ਨੇ ਕੇਜਰੀਵਾਲ ਸਾਹਿਬ, ਔਰ ਕੇਜਰੀਵਾਲ ਸਾਹਿਬ ਇੱਕ ਹਵਾ 'ਚ ਗੱਲਾਂ ਕਰ ਰਹੇ ਨੇ। ਉਹ ਗੱਲ ਕਰ ਰਹੇ ਨੇ ਮੁਹੱਲਾ ਕਲੀਨਿਕ ਦੀ। ਮੁਹੱਲਾ ਕਲੀਨਿਕ ਕੀ ਹੁੰਦੀ ਹੈ? ਅਸੀਂ ਡਿਸਪੈਂਸਰੀਆਂ ਬਣਾਤੀਆਂ, ਅਸੀਂ 3000 ਹੈਲਥ ਵੈਲਨੈਸ ਸੈਂਟਰ ਪੰਜਾਬ ਦੇ ਵਿੱਚ ਖੜਾ ਕਰਤਾ, ਜਿੱਥੇ ਬਕਾਇਦਾ ਇੱਕ ਪੜ੍ਹਿਆ ਲਿਖਿਆ ਕਮਿਊਨਿਟੀ ਹੈਲਥ ਅਫਸਰ ਨੂੰ ਅਪੁਆਇੰਟ ਕੀਤਾ ਗਿਆ ਹੈ, ਔਰ ਜਿਹਦੇ ਉੱਤੇ ਉੱਥੇ ਹਰ ਤਰ੍ਹਾਂ ਦੇ ਟੈਸਟ ਉਪਲਬਧ ਨੇ। ਬਕਾਇਦਾ ਡਿਸਪੈਂਸਰੀਆਂ ਵੱਖਰੀਆਂ ਨੇ, ਜਿਹੜੇ PSC ਵੱਖਰੀਆਂ ਨੇ, ਔਰ ਉੱਥੇ 27 ਤਰ੍ਹਾਂ ਦੀ ਮੈਡੀਸਨ ਉਪਲਬਧ ਹੈ। ਟੈਲੀ ਮੈਡੀਸਨ ਦਾ ਉੱਥੇ ਇੰਤਜ਼ਾਮ ਹੈਗਾ। ਔਰ ਇਹਨਾਂ ਸਟਰੈਂਥਨ ਕਰਤਾ ਆਪਣੇ ਸਿਸਟਮ ਨੂੰ ਕਿ ਆਕਸੀਜਨ ਦੀ ਜਿਹੜੀ ਕਮੀ ਸੀ, ਸਾਡੇ ਇੱਕ ਇੰਸੀਡੈਂਟ ਹੋਇਆ ਜੀ ਅੰਮ੍ਰਿਤਸਰ ਦੇ ਵਿੱਚ ਡਿਊਰਿੰਗ ਦਾ ਕੋਵਿਡ, ਜਦੋਂ ਪੀਕ 'ਤੇ ਸੀ, ਉਹ ਵੀ ਆਕਸੀਜਨ ਲੀਕ ਹੋਈ ਸੀ, ਨਾ ਕਿ ਆਕਸੀਜਨ ਖਤਮ ਹੋਈ ਸੀ। ਅਸੀਂ ਉਸ ਵੇਲੇ ਇੱਕ ਸਿੰਗਲ ਮੌਤ ਵੀ ਆਕਸੀਜਨ ਤੋਂ ਬਗੈਰ ਨਹੀਂ ਹੋਣ ਦਿੱਤੀ। ਕੋਈ ਬੰਦਾ ਬੈੱਡ ਤੋਂ ਖਾਲੀ ਨਹੀਂ ਰਿਹਾ, ਕਿਸੇ ਬੰਦੇ ਨੂੰ ਇਲਾਜ ਤੋਂ ਖੋੜ ਛੱਡਿਆ। ਈਵਨ ਦਿੱਲੀ ਵਾਲੇ ਵੀ 4000 ਦੇ ਕਰੀਬ ਲੋਕ ਪੰਜਾਬ 'ਚ ਉਹਨਾਂ ਇਲਾਜ ਕਰਾਇਆ। ਔਰ ਇਹ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਇੱਕ ਵੀ ਡੈਥ ਅਨਡਿਕਲੇਅਰ ਨਹੀਂ ਛੱਡੀ। ਜੇ 32 ਮੌਤਾਂ ਐਕਸੀਡੈਂਟ 'ਚ ਹੋਇਆ ਤਾਂ ਅਸੀਂ ਉਹਨਾਂ ਦਾ ਪਹਿਲਾਂ ਕਰੋਨਾ ਟੈਸਟ ਕੀਤਾ ਤਾਂ ਪੋਜ਼ੀਟਿਵ ਸੀ, ਉਹ ਵੀ ਕਾਊਂਟ ਕੀਤੇ। ਔਰ ਬਕਾਇਦਾ 3 ਮੌਤਾਂ ਡੀਜ਼ਲ ਤੇ ਪੋਇਜ਼ਨ ਨਾਲ ਹੋਈਆਂ, ਉਹ ਵੀ ਅਸੀਂ ਕਾਊਂਟ ਕੀਤੀਆਂ, ਪਰ ਉਹ ਕਰੋਨਾ ਪੋਜ਼ਿਟਿਵ ਸੀ। ਔਰ ਦਿੱਲੀ ਦੇ ਵਿੱਚ ਸੈਂਕੜੇ ਲੋਕ, ਇੱਕ ਡਿਫੈਂਸ ਸੈਕਟਰੀ ਲੈਵਲ ਦਾ ਬੰਦਾ ਰਿਟਾਇਰਡ ਸੀ ਕਿ ਉਹ ਪਾਰਕ ਵਿੱਚ, ਹੌਸਪਿਟਲ ਪਾਰਕ ਵਿੱਚ ਆਕਸੀਜਨ ਨੂੰ ਤਰਸਦਾ ਮਰ ਗਿਆ। ਲੇਕਿਨ ਕਿੰਨੀਆਂ ਮੌਤਾਂ ਉੱਥੇ ਹੋਈਆਂ, ਜੇਕਰ ਸੈਂਟਰ ਗੌਰਮੈਂਟ ਇੰਟਰਵਿਊ ਨਾ ਕਰਦੀ ਤਾਂ ਸ਼ਾਇਦ ਦਿੱਲੀ 'ਚ ਮੌਤਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਜਾਂਦੀ। ਤੇ ਦਿੱਲੀ ਦੇ ਲੋਕਾਂ ਨੇ ਅੱਜ ਐਰੋਸਿਟੀ ਦੇ ਕੋਈ ਰੇਟ ਹਾਈ ਹੋਏ ਨੇ, ਜਾਂ ਇੱਥੋਂ ਸਾਡੀ ਪ੍ਰਾਪਰਟੀ ਦੇ ਰੇਟ ਹਾਈ ਹੋਏ ਨੇ, ਤਾਂ ਦਿੱਲੀ ਦੇ ਲੋਕਾਂ ਨੇ ਇਨਵੈਸਟਮੈਂਟ ਕਰਨੀ ਸ਼ੁਰੂ ਕਰਤੀ। ਕਿ ਅਸੀਂ ਕੱਲ੍ਹ 7 ਫੇਜ਼ ਦੇ ਵਿੱਚ ਬਜ਼ੁਰਗ ਇੰਟਰਵਿਊ ਦੇ ਰਿਹਾ ਸੀ ਕਿ ਦਿੱਲੀ ਦੇ ਮੁਹੱਲਾ ਕਲੀਨਿਕ ਨੇ ਕਿ ਕਿਤੇ ਕੂੜੇ ਦੇ ਢੇਰ ਕੋਲ ਛੋਟੇ ਜਿਹੀ ਦੁਕਾਨ ਖੋਲ੍ਹਤੀ, ਖੋਖਾ ਲਾਤਾ, ਉੱਥੇ ਬੰਦਾ ਨਾ ਡਾਕਟਰ, ਨਾ ਦਵਾਈ, ਨਾ ਲੈਣਾ, ਨਾ ਦੇਣਾ, ਸਭ ਝੂਠ ਦਾ ਪਲੰਦਾ। ਦਿੱਲੀ 'ਚ ਕੋਈ ਕਿਸੇ ਨੂੰ 100 ਰੁਪਇਆ ਲੇਡੀ ਦਿੱਤਾ ਜਾ ਰਿਹਾ, ਸਿਰਫ ਲੋਕਾਂ ਨੂੰ ਵਰਗਲਾਉਣ ਵਾਸਤੇ ਇਹ ਡਰਾਮਾ ਕੀਤਾ ਜਾ ਰਿਹਾ। ਔਰ ਜਿਹੜਾ ਆਮ ਆਦਮੀ ਦੀ ਗੱਲ ਹੈ, ਕੀ ਸਾਥ ਕੁਲਵੰਤ ਸਿੰਘ ਆਮ ਆਦਮੀ ਨੇ? ਆਮ ਆਦਮੀ ਤਾਂ ਉਹ ਹੈ ਕਿ ਜਿਹੜਾ ਬੰਦਾ ਲੋਕਾਂ 'ਚ ਰਹਿੰਦਾ ਹੋਵੇ, ਜਿਹੜਾ ਲੋਕਾਂ ਦੀ ਗੱਲ ਕਰਦਾ ਹੋਵੇ, ਇੱਕ ਅਰਬਪਤੀ ਬੰਦਾ ਜਿਹੜਾ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ। ਤੁਸੀਂ ਇੰਡਸਟਰੀਸਟ ਸਾਰੇ ਬੈਠੇ ਹੋ, ਤੁਸੀਂ ਕਿੰਨੇ ਵਾਰ ਜਾ ਕੇ ਉਹਦੇ ਹੱਥ ਮਿਲਾ ਕੇ ਆਏ ਹੋ, ਦੱਸੋ ਜਰਾ? ਜਾਂ ਤੁਸੀਂ ਕਿੰਨੇ ਵਾਰ ਤੁਹਾਨੂੰ ਬਕਾਇਦਾ ਚਾਹ ਦੇ ਕੱਪ 'ਤੇ ਬੁਲਾਇਆ ਹੋਵੇ ਉਸ ਬੰਦੇ ਨੇ? ਜਾਂ ਤੁਸੀਂ ਉਹਦੇ ਘਰ ਗਏ ਹੋ? ਜੇ ਤੁਹਾਨੂੰ ਦਫ਼ਤਰ ਵੀ ਜਾਣਾ ਤਾਂ ਟਾਈਮ ਕਿਉਂ ਨਹੀਂ ਲਿਆ? ਤੁਸੀਂ ਇਹ ਦੱਸੋ ਅਸੈਸੀਬਲ ਕੌਣ ਹੈ ਜਿਹੜਾ ਤੁਹਾਨੂੰ 24 ਆਵਰ ਤੁਹਾਡੇ ਡਿਸਪੋਜ਼ਲ 'ਤੇ ਹੋਵੇ? ਔਰ ਕਰੋਨਾ ਦੌਰਾਨ ਮੈਂ ਆਪਣਾ ਨੰਬਰ ਜਿਹੜਾ ਸੀਗਾ ਮੈਂ ਲੋਕਾਂ ਨੂੰ ਹੈਲਪਲਾਈਨ ਵਿੱਚ ਦਿੱਤਾ ਹੋਇਆ ਸੀ ਕਿ ਕਿਸੇ ਨੂੰ ਦਿੱਕਤ ਆ ਮੇਰੇ ਇਸ ਫੋਨ 'ਤੇ ਗੱਲ ਕਰੋ। ਰਾਤ ਨੂੰ ਅੱਧੀ ਰਾਤ ਨੂੰ ਫੋਨ ਕਰਕੇ ਮੈਂ ਲੋਕਾਂ ਨੂੰ ਉਹਦੀ ਪ੍ਰੋਬਲਮ ਸੋਲਵ ਕਰਦਾ ਸੀ। ਇਹ ਮੈਂ ਕੰਮ ਕਰਕੇ ਦਿਖਾਇਆ। ਔਰ ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ। ਮੈਨੂੰ ਖੁਦ ਨੂੰ ਵੀ ਕਰੋਨਾ ਹੋਇਆ, ਪਰ ਮੈਂ ਕਰੋਨਾ ਜਿਹੜੇ ਪੋਜ਼ੀਟਿਵ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਦਾ ਰਿਹਾ। ਈਵਨ ਕ੍ਰਿਮੀਨੇਸ਼ਨ ਕਰਾਉਣ ਵਾਸਤੇ ਜਦੋਂ ਸਾਰੇ ਪਰਿਵਾਰ ਵੀ ਭੱਜ ਰਹੇ ਸੀ,
ਗਲੀ ਦੇ ਲੋਕ ਵੀ ਉੱਥੇ ਸਰਾਟਾ ਛਾ ਜਾਂਦਾ ਸੀ। ਅਸੀਂ ਜਾ ਕੇ ਸ਼ਮਸ਼ਾਨ ਘਾਟ 'ਚ ਵੀ ਖੜ੍ਹਦੇ ਰਹੇ ਲੋਕਾਂ ਨਾਲ, ਕਿਉਂ ਸਾਡੇ ਡਾਕਟਰ ਸੀ ਜਿਹੜੇ ਜਾਂ ਸਾਡਾ ਸਟਾਫ ਸੀ ਉਹਦਾ ਮੋਰਾਲ ਹਾਈ ਰੱਖਣ ਵਾਸਤੇ ਸਾਨੂੰ ਫਰੰਟ ਲਾਈਨ 'ਤੇ ਆਉਣਾ ਹੀ ਪੈਣਾ ਸੀ ਔਰ ਬਿਹਤਰ ਤਰੀਕੇ ਨਾਲ ਪੰਜਾਬ ਨੂੰ ਸੰਭਾਲਿਆ। ਔਰ ਮੈਂ ਅੱਜ ਇਹ ਕਹਿਣਾ ਚਾਹੁੰਦਾ, ਇਹ ਲੋਕ ਸਿਰਫ ਆਪਣੇ ਸਵਾਰਥ ਖਾਤਰ ਜਾਂ ਤੁਹਾਡੀ ਆਪਣੀ ਪ੍ਰਾਪਰਟੀ ਡੀਲਰ ਨੂੰ ਹੋਰ ਚਮਕਾਉਣ ਵਾਸਤੇ ਜਾਂ ਤੁਹਾਡੇ ਲੋਕਾਂ ਦੇ ਸਕੰਜਾ ਕੱਸਣ ਵਾਸਤੇ ਤਾਕਤ ਹਾਸਲ ਕਰਨਾ ਚਾਹੁੰਦੇ ਨੇ। ਤੇ ਜੇਕਰ ਅਸੀਂ ਇਹ ਤਾਕਤ ਵੀ ਨਾਲ ਦੇ ਦਿਆਂਗੇ ਤੇ ਫਿਰ ਜਿਹੜਾ ਧੌਣ 'ਚ ਕਿੱਲਾ ਹੋਰ ਜ਼ਿਆਦਾ ਉਹ ਹੋ ਜਾਏਗਾ। ਇਹ ਤੁਸੀਂ ਕਿਰਪਾ ਕਰਕੇ ਬਿਲਕੁਲ ਇਹ ਗੱਲ ਸੋਚ ਲਓ ਕਿ ਆਪਾਂ ਨੇ ਤਾਂ ਉਹ ਕੰਮ ਕਰਨਾ ਜਿਹਦੇ ਨਾਲ ਸਾਡਾ ਤੇ ਸਾਡੇ ਸਮਾਜ ਦਾ ਭਲਾ ਹੋਵੇ। ਮੈਂ ਤੁਹਾਨੂੰ ਗਰੰਟੀ ਕਰਦਾ ਕਿ ਮੇਰਾ ਜਿੰਨਾ ਲਿੰਕ ਇੰਡਸਟਰੀ ਨਾਲ ਮੇਰਾ ਹੈਗਾ ਪਰਿਵਾਰਕ ਤੌਰ ਤੇ ਸ਼ਾਇਦ ਕਿਸੇ ਦਾ ਹੋਰ ਨਾ ਹੋਵੇ। ਔਰ ਮੈਨੂੰ ਇੰਟਰਸਟ ਹੈ ਇਸ ਗੱਲ ਦੇ ਵਿੱਚ। ਮੈਂ ਟਰੱਕ ਯੂਨੀਅਨ ਦਾ ਪ੍ਰਧਾਨ ਬਣਿਆ, ਮੈਂ ਉੱਥੇ ਟਰੱਕ ਯੂਨੀਅਨ ਨੂੰ ਵੀ ਇੱਕ ਇੰਡਸਟਰੀ ਵਜੋਂ ਚਲਾਇਆ ਔਰ ਇੰਡਸਟਰੀ ਨਾਲ ਬੈਠ ਕੇ ਰੇਟ ਤੈਅ ਕੀਤੇ ਔਰ ਉਹਨਾਂ ਨੂੰ ਚੁਭਣੇ ਦਿੱਤਾ ਕਿ ਅਸੀਂ ਟਰੱਕ ਯੂਨੀਅਨ ਚਲਾ ਰਹੇ। ਇੱਕ ਜਿਵੇਂ ਇੱਕ ਬਿਜ਼ਨਸ ਹੁੰਦਾ ਹੈ, ਕੋਈ ਧੱਕੇਸ਼ਾਹੀ ਨਹੀਂ। ਔਰ ਜੇ ਕਿਸੇ ਬੰਦੇ ਨੂੰ ਕੋਈ ਜ਼ਰੂਰਤ ਸੀ ਤਾਂ ਉਹਨੂੰ ਬਕਾਇਦਾ ਉਸੇ ਰੇਟ ਤੇ ਘੱਟੋ ਘੱਟ ਰੇਟ ਤੇ ਬੁਲਾ ਕੇ ਟਰੱਕ ਵਗੈਰਾ ਦਿੱਤੇ ਔਰ ਬਕਾਇਦਾ ਹਰ ਮਹੀਨੇ ਅਸੀਂ ਇੰਡਸਟਰੀ ਨਾਲ ਬਕਾਇਦਾ ਮੀਟਿੰਗ ਕਰਦੇ ਸੀ ਜੋ ਸਾਨੂੰ ਪੂਰੀ ਕੋਆਪਰੇਸ਼ਨ ਮਿਲੀ। ਅੱਜ ਇਹੀ ਕਾਰਨ ਹੈ ਕਿ ਜੇ ਮੈਂ ਮੋਹਾਲੀ 'ਚ 3 ਵਾਰ MLA ਬਣਿਆ ਤਾਂ ਮੈਂ ਹਰ ਟਰੇਡਰ ਨਾਲ, ਹਰ ਇੰਡਸਟਰੀਸਟ ਨਾਲ, ਹਰ ਤਰ੍ਹਾਂ ਦੇ ਜਿਹੜੇ ਲੋਕ ਸਰਵਿਸ ਪੇਸ਼ਾ ਲੋਕ ਨੇ ਜਾਂ ਸਾਡੇ ਵਰਕਰ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਤੁਰਿਆ। 300 ਮਕਾਨ ਸੀਗੇ EWS ਮਕਾਨ, 6 ਫੇਸ ਸੀ ਤੇ 9 ਫੇਸ। ਜਦੋਂ ਆਨੰਦ ਬੈਟਰੀ ਵਗੈਰਾ ਫੈਕਟਰੀਆਂ ਹੁੰਦੀਆਂ ਸੀਗੀਆਂ, ਰਨਵੈਕਸੀ ਵਗੈਰਾ ਹੁੰਦੀਆਂ ਸੀ ਜਾਂ ਆਪਣਾ ਆਨੰਦ LMC ਜਾਂ ਹੋਰ ਕਈ JCT ਵਗੈਰਾ ਸੀ, ਤਾਂ ਇਹਨਾਂ ਲੋਕਾਂ ਨੂੰ ਉੱਥੇ ਮਕਾਨ ਦਿੱਤੇ। ਗਲੂਕੋਸ ਰਾਜਾਰਾਮ ਕੋਲ ਪ੍ਰੋਡਕਟ ਸੀ। ਉਹ ਮਕਾਨ ਨਾਲ ਜਿਹਨੂੰ ਰਹਿੰਦੇ ਨੂੰ ਅੱਜ 50 ਸਾਲ ਦੇ ਕਰੀਬ ਹੋ ਗਿਆ ਸੀ, ਲੇਕਿਨ ਉਹ ਕਿਰਾਇਆ ਪੇ ਕਰਦੇ ਸੀ। ਮੈਂ ਜਦੋਂ ਲਿਮਿਟ ਪਾਉਣ ਮੇਰੇ ਕੋਲ ਆਇਆ ਤਾਂ ਮੈਂ ਕਿਹਾ ਯਾਰ ਇਹਨਾਂ ਬੰਦਿਆਂ ਨੂੰ ਕਿਉਂ ਨਾ ਮਕਾਨ ਲਾਟ ਕਰਤੇ ਜਾਣ। ਤੀਸਰੀ ਉਹਦੀ ਪੋਸਟ ਹੋ ਗਈ। ਤੇ ਜੇ ਇਹਨਾਂ ਨੂੰ ਅੱਜ ਮਕਾਨ ਮੋਹਾਲੀ 'ਚ ਲੈਣਾ ਬਹੁਤ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਕਿਤੇ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜਾ ਸੈਕਟਰ 66 ਦੇ ਵਿੱਚ ਪਿਆ ਹੈਗਾ, ਜਿਹੜਾ ਕਿ ਅਧੂਰਾ ਹੈਗਾ, 75% ਕੰਮ ਹੋ ਗਿਆ ਪਰ ਉਹ ਮੈਂ ਕੁਦਰਤੀ ਬਿਜਲੀ ਤੋਂ ਹਟ ਗਿਆ। ਸਾਡੇ ਜਿਹੜੇ ਨੈਕਸਟ ਪ੍ਰਿੰਸੀਪਲ ਸੈਕਟਰੀ ਆਏ ਉਹਨਾਂ ਨੇ ਕੋਈ ਡਿੱਕਾ ਲਾਤਾ ਤੇ ਉਹਨੇ 4 ਸੈਂਟਰ ਜਿਹੜੇ ਸੀ ਮੈਂ ਤਿਆਰ ਕਰਕੇ ਦੇਣੇ ਸੀ। ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸਰਕਾਰ ਬਣਨ ਤੋਂ ਬਾਅਦ ਇਸ ਸੈਂਟਰ ਨੂੰ ਭਾਵੇਂ ਅਸੀਂ ਤੁਹਾਨੂੰ ਹੈਂਡਓਵਰ ਕਰ ਦਈਏ ਕਿ ਤੁਸੀਂ ਇੰਡਸਟਰੀ ਸਿਸਟਮ ਵੱਲੋਂ ਚਲਾਓ ਤਾਂ ਕਿ ਜਿਹੜੇ ਤੁਹਾਨੂੰ ਸਕਿੱਲ ਜਿਹੜੀ ਲੇਬਰ ਹੈ ਉਹ ਉੱਥੋਂ ਤੁਹਾਨੂੰ ਅਸੀਂ ਪੈਦਾ ਕਰ ਸਕੋ। ਹਰ ਤਰ੍ਹਾਂ ਦਾ ਕੋਰਸ ਦੇ ਵਿੱਚ ਹੋ ਸਕਦਾ ਹੈ। ਇਹ 66 ਸੈਕਟਰ ਦੇ ਵਿੱਚ ਹੈਗਾ ਤੇ ਤੁਸੀਂ ਜਿੰਨਾ ਵੀ ਤੁਸੀਂ ਮੈਥੋਂ ਕੋਆਪਰੇਸ਼ਨ ਚਾਹੁੰਦੇ ਹੋਗੇ ਮੈਂ ਹਮੇਸ਼ਾ ਤੁਹਾਡੇ ਨਾਲ ਖੜਾ ਹਾਂ। ਤੇ ਕਿਰਪਾ ਕਰਕੇ ਆਪਣੇ ਕੀਮਤੀ ਵੋਟ ਕਾਂਗਰਸ ਨੂੰ ਦਿਓ ਔਰ ਕਾਂਗਰਸ ਜਿੱਤੇਗੀ, ਆਪਾਂ ਅੱਗੇ ਆਵਾਂਗੇ, ਦੁਬਾਰੇ ਸਰਕਾਰ ਬਣੇਗੀ ਔਰ ਮੈਂ ਇਸ ਸ਼ਹਿਰ ਦੀ ਭਲਾਈ ਵਾਸਤੇ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ, ਥੈਂਕ ਯੂ। ਔਰ ਜੋ ਕਾਰਪੋਰੇਸ਼ਨ ਨੇ ਪਿਛਲੇ 7 ਮਹੀਨਿਆਂ ਦੇ ਵਿੱਚ 163ਵੇਂ ਨੰਬਰ ਤੋਂ ਅਸੀਂ 81 ਤੇ ਆਏ ਹਾਂ, ਇੱਕ ਰਿਕਾਰਡ ਪੈਦਾ ਕੀਤਾ ਔਰ 10 ਮਹੀਨੇ ਹੋਰ ਬਾਅਦ ਤੁਹਾਨੂੰ ਅਸੀਂ ਪਹਿਲੇ 15-20 ਜਿਹੜੇ ਸ਼ਹਿਰਾਂ ਦੇ ਜਿਹੜੀ ਨੰਬਰਿੰਗ ਦੇ ਵਿੱਚ ਰੈਂਕਿੰਗ ਵਿੱਚ ਲੈ ਕੇ ਆਵਾਂਗੇ ਕਿ ਸ਼ਹਿਰ ਮੋਹਾਲੀ ਐਸਾ ਸ਼ਹਿਰ ਹੈ ਕਿ ਇਹਨੂੰ ਅਸੀਂ ਨੰਬਰ 1 ਤੇ ਲਿਆ ਵੀ ਸਕਦੇ ਹਾਂ। ਔਰ ਜਿੰਨਾ ਸਾਡੇ ਕੋਲ ਸੋਰਸ ਨੇ, ਜਿੰਨਾ ਅਸੀਂ ਸ਼ਹਿਰ ਨੂੰ ਕੀਤਾ, ਮੈਂ 90 ਕਰੋੜ ਰੁਪਇਆ ਗ੍ਰਾਂਟ ਦਿੱਤੀ ਲੈ ਕੇ ਕਾਰਪੋਰੇਸ਼ਨ ਨੂੰ। ਔਰ ਪਰਲੇ ਇੰਡਸਟਰੀ ਜਾ ਕੇ ਦੇਖੋ, ਉੱਥੇ ਹਰ ਸਾਰੀਆਂ ਸੜਕਾਂ, ਸਾਰੇ ਪਾਰਕ ਪੂਰੇ ਤੇਜ਼ੀ ਨਾਲ ਕੰਮ ਚੱਲ ਰਿਹਾ ਔਰ ਲੋਕ ਇਸ ਗੱਲ ਨੂੰ ਪੂਰਾ ਇੰਜੋਏ ਕਰ ਰਹੇ ਨੇ ਕਿ ਵਾਕਈ ਕੋਈ ਕਾਰਪੋਰੇਸ਼ਨ ਬਣਾਈ ਸੀ। ਸਫਾਈ ਵੀ ਹੁੰਦੀ ਇੰਡਸਟਰੀ ਦੇ ਵਿੱਚ। ਇੱਕੋ ਸਮਾਧ ਸੀ ਦੇਖੋ ਜਿਹੜੀ ਬਿਲਕੁਲ ਸੈਂਟਰ 'ਚ ਬਣੀ, JCT ਕੋਲ ਬਣੀ ਹੋਈ ਸੀ, ਉਹਨੂੰ ਵੀ ਅਸੀਂ ਬਕਾਇਦਾ ਉਹਦੇ ਸੰਤ ਮਹਾਂਪੁਰਸ਼ਾਂ ਨੂੰ ਬੁਲਾ ਕੇ ਮਨਾ ਕੇ ਉਹਨੂੰ ਵੀ ਅਸੀਂ ਤੋਂ ਸ਼ਿਫਟ ਕਰਕੇ ਸਾਈਡ ਤੇ ਕਰ ਰਹੇ ਹਾਂ ਤਾਂ ਕਿ ਉੱਥੇ ਇੱਕ ਐਕਸੀਡੈਂਟ ਰਾਤ ਨੂੰ ਫੌਗ ਦੇ ਕਰਕੇ ਹੁੰਦੇ ਸੀ, ਬੰਦਿਆਂ ਦੀ ਕਈਆਂ ਦੀ ਜਾਨ ਵੀ ਗਈ ਹੈ, ਕਿ ਲੱਤਾਂ ਵੀ ਟੁੱਟ ਗਈਆਂ ਵਿਚਾਰਿਆਂ ਦੀਆਂ। ਪਰ ਉਹ ਸ਼ਿਫਟ ਕਰਨ ਦੇ ਨਾਲ ਸਾਡਾ ਉਹ ਵੀ ਜਿਹੜਾ ਜਾਮ ਖਤਮ ਹੋ ਜਾਏਗਾ। ਪਲੱਸ ਜਿੰਨਾ ਵੀ ਤੁਸੀਂ ਕਹੋਗੇ ਕੰਮ ਅਸੀਂ ਕਰਾਂਗੇ, ਪਰ ਤੁਹਾਡਾ ਸਹਿਯੋਗ। ਥੈਂਕ ਯੂ ਵੈਰੀ ਮਚ। बहुत बहुत ਵੀਰ ਸਿੰਘ ਸਿੱਧੂ ਜਿੰਦਾਬਾਦ, ਜੈ ਜੀਤੀ ਸਿੱਧੂ ਜਿੰਦਾਬਾਦ। ਮੇਰੇ ਨੌਲੇਜ ਨਾਲ ਲਿਆਂਦਾ ਸੀਗਾ, ਮੈਂ ਉਸ ਵੇਲੇ ਐਕਸ਼ਨ ਦੂਬੇ ਨੂੰ ਕਹਿੰਦਾ ਸੀ ਵੀ ਕਿਸੇ ਫੈਕਟਰੀ ਨੂੰ ਕੋਈ ਨੋਟਿਸ ਜਾਰੀ ਨਹੀਂ ਕਰਨਾ ਔਰ ਮੈਂ ਤੁਹਾਡਾ ਇਹ ਪਰਮਾਨੈਂਟ ਹੱਲ ਕੱਢ ਕੇ ਦੇਵਾਂਗਾ। ਕੋਈ ਤੁਹਾਡੇ ਕੋਈ ਕਾਰ ਵਾਸ਼ਿੰਗ ਹੈ, ਦੂਸਰਾ ਤੀਸਰੇ ਕੰਮ ਜਿਹੜੇ ਸੀਗੇ, ਅੱਜ ਅਸੀਂ ਰੁਜ਼ਗਾਰ ਪੈਦਾ ਕਰਨਾ, ਰੁਜ਼ਗਾਰ ਬੰਦ ਨਹੀਂ ਹੋਣਾ। ਇਹ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਤੁਹਾਡੇ ਨਾਲ ਕੋਈ ਜਾਤੀ, ਮੈਂ ਦੇਖੋ ਲੇਬਰ ਡਿਪਾਰਟਮੈਂਟ ਮੇਰੇ ਕੋਲ ਸੀਗਾ, ਇੱਕ ਵੀ ਫੈਕਟਰੀ ਵਾਲਾ ਕਹੇ ਮੇਰੇ ਨਾਲ ਲੇਬਰ ਡਿਪਾਰਟਮੈਂਟ ਧੱਕਾ ਕੀਤਾ ਹੋਵੇ,
ਮੈਂ ਹਮੇਸ਼ਾ ਹੀ ਮੈਂ ਕਿਹਾ ਵੀ ਬੋਥ ਸਾਈਡ ਹੀ ਆਪਾਂ ਰੱਖਣਾ ਹੈ। ਜੇ ਇੰਡਸਟਰੀ ਚੱਲੂ ਤਾਂ ਵਰਕਰ ਨੂੰ ਜੌਬ ਲੱਗੇਗੀ, ਜੇ ਇੰਡਸਟਰੀ ਚੱਲੂਗਾ ਉਹਨੂੰ ਤਨਖਾਹ ਟਾਈਮ ਤੇ ਮਿਲੇਗੀ। ਜੇ ਇੰਡਸਟਰੀ ਨਹੀਂ ਚੱਲਦੀ ਤਾਂ ਅਸੀਂ ਵਰਕਰ ਨੂੰ ਤਨਖਾਹ ਨਹੀਂ ਦੇ ਪਾਵਾਂਗੇ, ਅਸੀਂ ਫੈਕਟਰੀ ਚਲਾ ਨਹੀਂ ਪਾਵਾਂਗੇ। ਔਰ ਕਈ ਐਸੋਸੀਏਸ਼ਨਾਂ ਦੇ ਮੈਂ ਬੈਠ ਕੇ ਸਮਝੌਤੇ ਵੀ ਕਰਾਏ ਨੇ ਕਿ ਆਪਾਂ ਨੇ ਉਹਨਾਂ ਨੂੰ ਵੀ ਨਾਲ ਰੱਖਣਾ ਤੇ ਇੰਡਸਟਰੀ ਨੂੰ ਚਲਾਉਣਾ ਸਾਡਾ ਬਹੁਤ ਜ਼ਰੂਰੀ ਹੈ। ਥੈਂਕ ਯੂ। बहुत बहुत धन्यवाद भाजी। बहुत ही सत्कारयोग साढ़े साबका मिनिस्टर मौजूदा MLA सरदार बलबीर सिंह सिद्धू और मेरे बड़े वीर सरदार PJ सिंह जी जो अज जो प्रोग्राम उन्होंने रखे और उन्होंने असी इत्थे वैन्यू ते आए हैं और साढ़े बेदी साहब डिप्टी मेयर साहब रजिंदर सिंह राणा जी और जसवीर सिंह जी सिंगला साहब मैं समझदा कि सारे ही परिवार के मैंबर बैठे ने और मैं फिर सरदार PJ सिंह का मेरे बड़े वीर ने परिवार के मैंबर ने मैं भी धन्यवाद करदा कि उन्होंने अज प्रोग्राम रखे है, बहुत चंगा लग्या। और तुहानूं मैं एक चीज़ दस देना कि जेकर तुसीं मोहाली का भला चाहुंदे हो, जेकर मोहाली दे विच साफ सफाई चाहुंदे हो, जेकर मोहाली दे विच साफ पानी बिजली का प्रबंध चंगा सीवरेज का सिस्टम चंगा और जिवें इन्होंने गल की है कि बसां की गल की है, सिटी बस सर्विस की गल की है और सारिया गल्लां जो मोहाली कारपोरेशन ने जो तुसीं फैसिलिटियां चाहुंदे हो तो कांग्रेस पार्टी को वोट पाओ, क्योंकि जो कांग्रेस पार्टी को वोट पाओगे तो ही मोहाली का भला हो सकता कि दूसरे पासे जो कैंਡੀਡੇਟ खड़े ने वो पहला मेयर रह चुके हैं, वो देखे हुए हैं तुहाडे उन्होंने 5 साल के की किया और 5 साल के 5 साल के 60 बार भी वो कारपोरेशन ऑफिस नहीं गए, सिर्फ अपने कारोबार को देखते रहे और लोगों ने उन्होंने उसका की अगे रिजल्ट मिलिया और उन्होंने MC हराता। कितनियां वोटां पईयां? सिर्फ 600 वोटां पईयां। सो मैं तुहानूं बेनती करदा कि तुसीं जे मोहाली का भला चाहुंदे हो, मोहाली चंगी चाहुंदे हो, जिवें मोहाली ने दस्सिया कि 181वें नंबर ते सी 157वें नंबर ते सी 81 नंबर ते रैंक साडा मोहाली का आया है और उहदे वास्ते भी हजे सानूं मोहाली च काफ़ी कुछ करन दी लोड़ है कि जिहड़ा साडा कल्ली सफाई नाल नहीं मोहाली चंगी हो सकती, मोहाली दी सारियां फैसिलिटियां चाहीदियां ने, फिर मोहाली का भला जिहड़ा हो सकता है। और मोहाली हुण मोहाली नहीं रही, गड़गांव बन चुकी है। सो असीं अज चंडीगढ़ तो अगे लोग ना शर्म महसूस करते होंदे सी कि रहिंदे मोहाली हुंदे सी, दसदे चंडीगढ़ हुंदे सी कि मैं चंडीगढ़ रहना, पर नहीं असीं मोहाली नूं इन्नी सोहणी बनावांगे। अज भी तुसीं देख लो चंडीगढ़ जो मोहाली एंटर आपां हुंदे आ ते मोहाली दे रोड ज़्यादा चंगे ने चंडीगढ़ नालों। सो असीं मोहाली प्रति पूरे सिंसीयर हैं, असीं चाहुंदे कि तुसीं भी साडा साथ दिओ और असीं मोहाली नूं चंगी जगह ते लैके जाइए, साडे कोल हर सहूलत होवे और साडे कोल हर समस्या का हल होवे। मैं कारपोरेशन दे विच बैठा होऊंगा, सिद्धू साहब सरकार दे विच होणगे, पैसे उत्थों आउंदे रहणगे, काम असीं करी जावांगे। मैं जिस दिन दा मेयर बणिया मैं तुहाडे किरपा सदका मेयर बणिया और तुहाडे सहयोग नाल बणिया और तुहाडी सेवा दे विच हमेशा हाजिर हाँ। मैं एक दिन भी छुट्टी नहीं मारी और जिस दिन दा मैं उत्थे गया हर रोज़ कोई ना कोई नवां काम, हर साइट ते तुसीं जाके देख लो कि हर कोने कोने ते मोहाली दे विच डिवेलपमेंट हो रही है और असीं चाहुंदे हां कि जो मोहाली नूं 4 दिन लाए जाण और साडी मोहाली खूबसूरत होवे ते असीं सारे चंगे शहर दे वासी होईए। सो मैं तुहानूं कामना करना कि तुसीं साडी दोस्ती, साडी मित्रता, साडा परिवार इस तरह इकट्ठा रहे और सारे तंदुरुस्त रहिए और सारे असीं मिल के काम करिए और कांग्रेस पार्टी की सरकार बनाइए ताकि जो कांग्रेस पार्टी सरकार आएगी तो साडी जिहड़ी इंडस्ट्री आ और साडा होर भी जिहड़े कामकार साडे पेंडिंग ने वो सारे काम होणगे। साडे रविजीत जी जो प्रधान ने एसोसीएशन दे, मैं समझदा कि इन्होंने इन्ना क काम कीता कोरोना दौरान और मैं इन्हां दा भी धन्नवादी हाँ कि इन्होंने भी परिवार के मैंबर बन के साडे नाल मोढे नाल मोढा ला के काम कीता। मैं तुहाडा सारिआं दा इत्थे आउण दा धन्नवाद करदा और मैं बेनती करदा कि कांग्रेस पार्टी नूं वोट पाओ। इहो ਜਿਹੇ बंदे नूं वोट ना पाओ जिहड़ा बंदा हत्थ मिलाउण तो भी कतराउंदा होवे और दफ्तर दे विच किसे नूं मिलदा ना होवे, घरे किसी को वड़न दिंदा होवे, इहो ਜਿਹੇ बंदे नूं बिल्कुल वोट ना पाओ। मैनूं हुणे किसी ने सोशल मीडिया ते एक मैसेज भेजिआ, इन्हें स्पीच दे विच कहा कि ना मैं किसी दे भोग ते आउणा ना मैं किसी दे ब्याह ते आउणा, मैं दफ्तर दे विच बैठ के काम करूँगा। दफ्तर दे विच इहो जिहा किहड़ा काम है जिहड़ा दफ्तर दे विच बैठ के हुंदा। सो लोगों नूं मान सत्कार की लोड़ हुंदी है, वो भी नहीं दे सकदा। सो मैं तुहानूं बेनती करदा कि सिद्धू साहब नूं वोट पाउणी है, सिद्धू साहब नूं वोट पैगी तो तुहाडी जी वोट आ तुहाडे अपने आप नूं वोट पाऊगी तो तुहाडी डिवेलपमेंट नूं वोट पाऊगी। सो तुहाडा मैं इत्थे धन्नवाद करदा। वाहिगुरू जी का खालसा, वाहिगुरू जी की फतेह। सरदार बलबीर सिंह सिद्धू साबका हैल्थ मिनिस्टर ते साडे हलके तो MLA। मैं तुहानूं एक गल दसना चाहुंदा कि मोहाली दे लोग तुहानूं इस नाम तो घट जाणदे ने, पर
ਅੱਧੀ ਮੋਹਾਲੀ ਤੁਹਾਨੂੰ ਵੱਡੇ ਵੀਰ ਕਹਿ ਕੇ ਜਾਣਦੇ ਨੇ, ਤੇ ਜਿਹੜਾ ਬਾਕੀ ਦਾ ਹਿੱਸਾ ਮੋਹਾਲੀ ਦਾ ਰਹਿ ਗਿਆ ਤੁਹਾਨੂੰ ਛੋਟੇ ਵੀਰ ਕਹਿ ਕੇ ਜਾਣਦੇ ਨੇ। ਤੋ ਅਸੀਂ ਬਹੁਤ ਧੰਨਵਾਦੀ ਹਾਂ, ਪਹਿਲਾਂ ਤਾਂ ਤੁਸੀਂ ਇੰਨੇ ਰੁਝੇਵੇਂ ਚੋਂ ਸਾਡੇ ਕੋਲ ਕੱਢ ਕੇ ਟਾਈਮ ਆਏ ਹੋ, ਪਰ ਸਭ ਤੋਂ ਜ਼ਿਆਦਾ ਧੰਨਵਾਦੀ ਅਸੀਂ ਇਸ ਕਰਕੇ ਹਾਂ ਜਿਹੜਾ ਤੁਸੀਂ ਮੋਹਾਲੀ ਸ਼ਹਿਰ ਨੂੰ ਉੱਪਰ ਚੱਕਿਆ ਤੇ ਇਸ ਮੋਹਾਲੀ ਸ਼ਹਿਰ ਨੂੰ ਇੱਕ ਰੂਹ ਦਿੱਤੀ ਭਾਈਚਾਰੇ ਦੀ। ਮੈਂ ਤੁਹਾਨੂੰ ਦੱਸਦਾ ਕਿ ਕੋਈ ਐਸਾ ਮੋਹਾਲੀ ਦੇ ਵਿੱਚ ਖੁਸ਼ੀ ਦਾ ਜਾਂ ਗਮ ਦਾ ਮੌਕਾ ਨਹੀਂ ਹੋਏਗਾ ਜਿੱਥੇ ਸਿੱਧੂ ਸਾਹਿਬ ਨਜ਼ਰ ਨਹੀਂ ਆਉਂਦੇ, ਜਿੱਥੇ ਬੇਦੀ ਸਾਹਿਬ ਨਜ਼ਰ ਨਹੀਂ ਆਉਂਦੇ। ਇਹ ਹਰ ਘਰ ਦੇ ਨਾਲ ਉਦਾਂ ਹੀ ਜੁੜੇ ਹੋਏ ਨੇ ਜਿਵੇਂ ਇੱਕ ਵੱਡਾ ਵੀਰ ਜੁੜਿਆ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਐਸੋਸੀਏਸ਼ਨ ਮੈਂਬਰਸ ਵੱਲੋਂ ਇਸ ਗੱਲ ਕਰਕੇ ਕਿ ਜਿਹੜਾ ਤੁਸੀਂ ਭਾਈਚਾਰਾ ਇਸ ਮੋਹਾਲੀ ਦੇ ਵਿੱਚ ਕ੍ਰੀਏਟ ਕੀਤਾ, ਜਿਹੜਾ ਟਰਾਈ ਸਿਟੀ ਕਹਿੰਦੇ ਆ ਨਾ, ਪਰ ਭਾਈਚਾਰਾ ਸਿਰਫ ਮੋਹਾਲੀ 'ਚ ਨਜ਼ਰ ਆਉਂਦਾ ਤੁਹਾਡੇ ਕਰਕੇ ਆ। ਮੈਂ ਧੰਨਵਾਦ ਕਰਦਾ ਹਾਂ ਸਾਡੇ ਵਿਚਕਾਰ ਅਮਰਜੀਤ ਸਿੰਘ ਜੀਤੀ ਜੀ ਦਾ, ਜਿਹੜੇ ਸਾਡੇ ਮੇਅਰ ਨੇ, ਤੇ ਇਹ ਵੀ ਇੱਦਾਂ ਹੀ ਵਿਚਰਦੇ ਨੇ ਜਿਵੇਂ ਸਿੱਧੂ ਸਾਹਿਬ ਵੱਡੇ ਵੀਰ ਵਿਚਰਦੇ ਨੇ, ਤੇ ਇਹ ਉਹਨਾਂ ਦੀ ਉਂਗਲੀ ਫੜ ਕੇ ਲੀਕ ਫੜ ਕੇ ਚੰਗੀ ਟ੍ਰੇਨਿੰਗ ਲਿੱਤੀ ਹੈ। ਐਂਡ ਵੀ ਆਰ ਵੈਰੀ ਹੈਪੀ, ਵੀ ਆਰ ਵੈਰੀ ਪ੍ਰਾਊਡ ਆਫ ਯੂ ਕਿ ਸਾਡੇ ਵਿਚਕਾਰ ਜਿਹੜਾ ਕਾਰਪੋਰੇਸ਼ਨ ਦਾ ਹੈਡ ਹੈ, ਮੇਅਰ ਹੈ, ਉਹ ਵੀ ਉਸ ਭਾਈਚਾਰੇ ਨੂੰ ਪ੍ਰਮੋਟ ਕਰ ਰਿਹਾ ਹੈ। ਇਸ ਤੋਂ ਇਲਾਵਾ ਸਾਡੇ ਵਿਚਕਾਰ ਬਹੁਤ ਵੱਡੇ ਉੱਗੇ ਇੰਡਸਟਰੀਲਿਸਟ ਤੇ ਜੁੜੇ ਹੋਏ ਨਾਲ ਜ਼ਮੀਨ ਦੇ ਪਤਵੰਤੇ ਆਏ ਹੋਏ ਨੇ। ਮੈਂ ਉਹਨਾਂ ਦਾ ਨਾਮ ਤੇ ਉਹਨਾਂ ਨੂੰ ਧੰਨਵਾਦ ਕਰਨਾ ਚਾਹੁੰਦਾ। ਮਨਪ੍ਰੀਤ ਜੀ ਪਿਵਟ ਫੈਬਰਿਕ ਦੇ ਹੈੱਡ, ਤੇ ਮੇਰਾ ਖਿਆਲ ਹੈ ਤੁਸੀਂ ਸੱਜੇ ਹੱਥ ਬਣ ਕੇ ਜਿਹੜੀ ਇੰਡਸਟਰੀ ਦੀ ਜਿਹੜੀ ਇਹਨਾਂ ਨੂੰ ਗਿਆਨ ਦਿੰਦੇ ਹੋ, ਇਸੇ ਕਰਕੇ ਸਿੱਧੂ ਸਾਹਿਬ ਜਿਹੜੇ ਨੇ ਬੜਾ ਇੰਡਸਟਰੀ ਦਾ ਧਿਆਨ ਰੱਖਦੇ ਨੇ। ਸੰਜੀਵ ਗਰਗ ਜੀ, ਇਹ ਵੀ ਬਹੁਤ ਇੰਟੈਲੀਜੈਂਟ, ਮਲਟੀਨੈਸ਼ਨਲ ਕੰਪਨੀਆਂ ਨੇ ਇਹਨਾਂ ਦੀਆਂ, ਪਰ ਜੁੜੇ ਹੋਏ ਨੇ, ਨਾਲ ਜੁੜ ਕੇ ਤੇ ਕੰਮ ਕਰਦੇ ਪਏ ਨੇ। ਕੁਲਜੀਤ ਸਿੰਘ ਬੇਦੀ ਜੀ, ਸਰ ਬਹੁਤ ਬਹੁਤ ਧੰਨਵਾਦ ਤੁਹਾਡਾ। ਐਂਡ ਐਵਰੀਬਡੀ ਨੋਜ਼ ਤੇ ਵੀ ਆਰ ਵੈਰੀ ਥੈਂਕਫੁਲ ਟੂ ਯੂ। ਰਜਿੰਦਰ ਸਿੰਘ ਰਾਣਾ ਜੀ, ਕਾਉਂਸਲਰ ਸਾਡੇ, ਥੈਂਕ ਯੂ ਸਰ। ਤੇ ਇਸ ਤੋਂ ਇਲਾਵਾ ਹੋਰ ਪਤਵੰਤੇ ਜਿਹੜੇ ਆਏ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਸਾਰੇ ਸਾਹਮਣੇ ਦੇਖ ਰਹੇ, ਸਾਹਮਣੇ ਵਿਜੇ ਜੀ, ਤੁਸੀਂ ਆਓ ਪਲੀਜ਼। ਸਰ ਇਸ ਸਾਈਡ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਇਹ ਲੰਚ ਰੈਡੀ ਹੈ। ਅੱਜ ਜੋ ਇੰਡਸਟਰੀਅਲ ਵੱਲੋਂ ਤੁਹਾਨੂੰ ਬੁਲਾਇਆ ਗਿਆ ਸੀਗਾ, ਕੀ ਕਹੋਗੇ ਜੀ ਇਸ ਬਾਬਤ? ਇਲੈਕਸ਼ਨ ਨੂੰ ਲੈ ਕੇ ਲਗਾਤਾਰ ਤਿਆਰੀਆਂ ਚੱਲ ਰਹੀਆਂ। ਮੈਨੂੰ ਬੜੀ ਖੁਸ਼ੀ ਹੈ, ਬੜਾ ਮਾਣ ਹੈ ਕਿ ਜਦੋਂ ਪਹਿਲਾਂ ਮੇਰਾ ਕੰਪੀਟੀਟਰ ਤੇ ਆਇਆ ਸੀ, ਉਹਨੂੰ ਬਹੁਤ ਸਵਾਲ ਜਵਾਬ ਹੋਏ ਸੀ, ਕਿਉਂਕਿ ਕੋਈ ਬੰਦਾ, ਇਵਨ ਬੱਚਾ ਵੀ ਪੜ੍ਹਦਾ ਹੈਗਾ, ਉਹ 1 ਸਾਲ ਬਾਅਦ ਉਹਦਾ ਰਿਪੋਰਟ ਕਾਰਡ ਮਿਲਦਾ ਹੈ, ਉਹਦਾ ਐਗਜ਼ਾਮ ਹੁੰਦਾ ਹੈ, ਤੇ 5 ਸਾਲਾਂ ਬਾਅਦ ਉਹਦਾ ਜਿਵੇਂ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਔਰ ਜਿਹੜਾ ਕਿ ਸ਼ਹਿਰ ਦੀ ਭਲਾਈ ਵਾਸਤੇ, ਸ਼ਹਿਰ ਦੀ ਮਦਦ 'ਚ ਬਹੁਤ ਵੱਡਾ ਰੋਲ ਪਲੇ ਕਰੇਗਾ, ਤੇ ਉਹਦੇ ਨਾਲ ਇਹ ਸਾਰਿਆਂ ਨੇ ਇਸ ਗੱਲ ਨੂੰ ਤੇ ਮੋਹਰ ਲਾਈ ਹੈ ਕਿ ਵਾਕਿਆ ਸ਼ਹਿਰ 'ਚ ਕੰਮ ਹੋਇਆ, ਤੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਜ਼ਰੂਰੀ ਹੈ ਕਿ ਕਾਂਗਰਸ ਪਾਰਟੀ ਦੁਬਾਰਾ ਵਾਪਸ ਜਾਵੇ ਤੇ ਸਟੇਟ ਦਾ ਭਲਾ ਕਰੇ। ਕੱਲ ਆਮ ਆਦਮੀ ਪਾਰਟੀ ਵੱਲੋਂ ਇੱਕ ਪੀਸੀ ਕੀਤੀ ਗਈ ਸੀ, ਜਿਹਦੇ 'ਚ ਕਿਹਾ ਕਿ ਤੁਸੀਂ ਜਿਹੜੇ ਨੀਂਹ ਪੱਥਰ ਰੱਖ ਰਹੇ ਹੋ ਉਹਨਾਂ ਦਾ ਕੋਈ ਵਜੂਦ ਨਹੀਂ ਹੈਗਾ ਜੀ, ਕਿਉਂਕਿ ਪਰਮਿਸ਼ਨ ਨਹੀਂ ਲਈ ਗਈ, ਨੀਂਹ ਪੱਥਰ ਰੱਖ ਦਿੱਤੇ ਗਏ ਨੇ। ਬਹੁਤ ਸਾਰੇ ਐਲੀਗੇਸ਼ਨ ਲਗਾਏ ਸੀ, ਉਹਨਾਂ ਬਾਬਤ ਕਿਸੇ ਨੂੰ ਨਾ ਤਾਂ ਮੈਂ ਕੋਈ ਨੀਂਹ ਪੱਥਰ ਡਿਵੈਲਪਮੈਂਟ ਦਾ ਕੋਡ ਆਫ ਕੰਡਕਟ ਰੱਖਿਆ, ਬਕਾਇਦਾ ਹਰ ਨੀਂਹ ਪੱਥਰ ਜਿਹੜੇ ਰੱਖੇ ਗਏ ਨੇ, ਬਕਾਇਦਾ ਪ੍ਰੋਜੈਕਟ ਚੱਲ ਰਹੇ, ਸਾਰੇ ਪ੍ਰੋਜੈਕਟਾਂ 'ਤੇ ਕੰਮ ਹੋ ਰਿਹਾ। ਇਹ ਕੋਈ ਮੈਂ ਉਹਨਾਂ ਕੋਲ ਕੋਈ ਸਰਟੀਫਿਕੇਟ ਨਹੀਂ ਲੈਣਾ ਹੈਗਾ, ਬਕਾਇਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਕਾਇਦਾ ਸਾਰਾ ਕੁਝ ਜ਼ਮੀਨੀ ਕੰਮ ਹੁੰਦਾ ਹੋਇਆ ਦਿਖੇਗਾ ਕਿ ਅਸੀਂ ਕਿੱਦਾਂ ਟ੍ਰਾਂਸਫਰ ਕਰਦੇ। ਸਾਰਿਆਂ ਦੇ ਡਿਜ਼ਾਈਨ ਨਕਸ਼ੇ ਵਗੈਰਾ ਤਿਆਰ ਹੋ ਰਹੇ ਨੇ, ਪਰ ਅਸੀਂ ਬਹੁਤ ਲੇਟੈਸਟ ਟੈਕਨੀਕ ਸਾਰਾ ਬੱਸ ਸਟੈਂਡ ਵੀ, ਸਟੋਰੀਅਮ ਵੀ, ਹਸਪੀਟਲ ਹੈ, ਇੱਕ ਦਿਨ 'ਚ ਕੋਈ ਡਰਾਈਨ ਤਿਆਰ ਹੁੰਦੀ, ਬਕਾਇਦਾ ਇੱਕ ਕੋਈ ਕਰੋ 100 ਕਰੋੜ ਰੁਪਇਆ ਖਰਚ ਹੋਣਾ ਹਸਪੀਟਲ ਉੱਤੇ, 50 ਕਰੋੜ ਰੁਪਇਆ ਬੱਸ ਸਟੈਂਡ 'ਤੇ ਖਰਚ ਹੋਣਾ, ਪਲੱਸ ਉਸ ਤੋਂ ਬਾਅਦ 15 ਕਰੋੜ ਰੁਪਇਆ ਜਿਹੜਾ ਉਹਦੇ 'ਤੇ ਖਰਚ ਹੋਣਾ।
ਤੇ 27 ਕਰੋੜ ਰੁਪਇਆ ਜਿਹੜਾ ਨਰਸਿੰਗ ਕਾਲਜ ਤੇ ਖਰਚ ਹੋਣਾ ਹੈ ਉਹ ਪੈਸੇ ਸਮਝ ਆਦਾ। ਹੁਣ ਦੇਖੋ ਤੁਸੀਂ ਦੇਖੋ ਜਿਹੜਾ ਕੰਮ ਬਿਨਾਂ ਨਕਸ਼ੇ ਤੋਂ ਅਸੀਂ ਰੋਡ ਬਣਾ ਰਹੇ ਹਾਂ, ਅਸੀਂ ਬਣ ਰਹੀ ਹੈ ਨਾ ਮੈਡੀਕਲ ਕਾਲਜ ਰੋਡ, ਤੁਹਾਡੇ ਸਾਹਮਣੇ ਜਾ ਕੇ ਦੇਖੋ ਰੋਡ ਬਣ ਰਹੀ ਹੈ ਪਰ ਪੂਰੇ ਜ਼ੋਰ ਨਾਲ ਕੰਮ ਚੱਲ ਰਿਹਾ ਉੱਥੇ। ਸਰ ਬਹੁਤ ਸਾਰੀ ਇੰਡਸਟਰੀ ਹੈ ਜਿਹੜੀ ਮੂਵ ਹੋ ਗਈ ਸੀਗੀ ਤੇ ਬਹੁਤ ਸਾਰੀ ਇੰਡਸਟਰੀ ਹੈ ਜਿਹੜੀ ਮੂਵ ਹੋ ਗਈ ਸੀ ਬੱਦੀ ਨੂੰ ਜਾਂ ਹਿਮਾਚਲ ਨੂੰ, ਉਹਨੂੰ ਵਾਪਸ ਲਿਆਉਣ ਦੇ ਲਈ ਕੀ ਜਿਹੜੇ ਉਪਰਾਲੇ ਕੀਤੇ ਜਾਣ? ਤੁਹਾਨੂੰ ਇਹ ਪਤਾ ਲੱਗੇਗਾ ਕਿ ਜਦੋਂ ਸਾਡੇ ਸਾਰਾ ਇੱਧਰ ਦਾ PR7 ਤਿਆਰ ਹੋ ਗਿਆ ਔਰ ਮੈਕਸੀਮਮ ਲੋਕ ਇੱਥੇ ਮੋਹਾਲੀ ਤੋਂ ਆਉਂਦੇ, ਈਵਨ ਚੰਡੀਗੜ੍ਹ ਦੇ ਲੋਕ ਜਿਹੜੇ ਵੱਡੀਆਂ ਕੋਠੇ ਰਹਿੰਦੇ ਨੇ ਉਹ ਕਹਿੰਦੇ ਜਿਹੜਾ ਅਸੀਂ ਜਿਹੜਾ ਨਵਾਂ ਐਟਰੋਪੋਲਿਸ ਬਣਾ ਰਹੇ ਹਾਂ ਉਹ 'ਚ ਵੱਡੇ ਪਲਾਟ ਕੱਟੋ ਰੈਜ਼ੀਡੈਂਸ ਵਾਸਤੇ, ਅਸੀਂ ਸਾਰੇ ਇੱਕ ਸੈਕਟਰ 9 ਛੱਡ ਕੇ ਇੱਥੇ ਆਉਣ ਤਿਆਰ ਹਾਂ ਕਿਉਂਕਿ ਜਿਹੜਾ 에ਅਰਪੋਰਟ ਦੀ ਫੈਸਿਲਿਟੀ ਆ ਪਲੱਸ ਜਿਹੜੇ ਸਾਡੀ ਕਨੈਕਟੀਵਿਟੀ ਆ ਉਹ ਬਹੁਤ ਬਿਹਤਰ ਹੈਗੀ ਚੰਡੀਗੜ੍ਹ ਦੇ ਮੁਕਾਬਲੇ। ਸਿੱਧੂ ਸਾਹਿਬ ਅੱਜ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਵਾਇਰਲ ਕਰਕੇ ਉਹਦੇ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਵੀ ਉਹਦੇ ਸਿੱਧੂ ਸਾਹਿਬ ਦੀ ਫੋਟੋਆਂ ਲੱਗੀਆਂ ਜਾਂ ਡਿਨਰ ਸੈੱਟ ਜਿਹੜੇ ਵੰਡੇ ਜਾ ਰਹੇ ਨੇ, ਇਹਨੂੰ ਲੈ ਕੇ ਉਹ ਕਹਿੰਦੀ ਅਸੀਂ ਇਲੈਕਸ਼ਨ ਦੇਖੋ ਗੱਲ ਇੱਦਾਂ ਵੀ ਸ਼ਿਕਾਇਤ ਤੁਸੀਂ ਪੁਰਾਣਾ ਕੋਈ ਚੱਕ ਕੇ ਮੇਰੀ ਫੋਟੋ ਪਾ ਦੋਗੇ। ਬਲਬੀਰ ਸਿੰਘ ਸਿੱਧੂ ਜਦੋਂ 1997 ਤੋਂ ਲੈ ਕੇ ਲੱਗਿਆ ਹੋਇਆ ਹੈ 93-94 ਤੋਂ ਹਰ ਸਾਲ ਅਸੀਂ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਆ ਤੇ ਪੁਰਾਣੀਆਂ ਫੋਟੋ ਜਾ ਕੇ ਪਾ ਦੋਗੇ ਜਦੋਂ ਬੰਦਾ ਹਾਰਦਾ ਹੁੰਦਾ ਨਾ ਇਦਾਂ ਦਾ ਮੇਰੇ ਫੋਟੋ ਕਾਲੀ ਦਾੜੀ ਵਾਲੀਆਂ ਫੋਟੋਆਂ ਮੇਰੀਆਂ ਤੇ ਮੇਰੀ ਦਾੜੀ ਚਿੱਟੀ ਨੂੰ 3 ਸਾਲ ਹੋ ਗਏ ਨੇ ਤੇ ਉਹ ਦਾੜੀ ਚਿੱਟੀ ਨਹੀਂ ਕੀਤੀ ਕਾਲੀ ਨਹੀਂ ਕੀਤੀ ਤੇ ਉਹ ਚੱਕ ਕੇ ਬਾਬੇ ਵਾਲੇ ਵੇਲੇ ਫੋਟੋ ਪਾਈ ਜਾਂਦੇ ਨੇ ਤੇ ਉਹਦੇ ਨਾਲ ਲੋਕਾਂ ਨੂੰ ਪਤਾ ਵੀ ਕਿ ਸੱਚਾ ਔਰ ਝੂਠਾ ਕੌਣ। ਸੁਨੀਲ ਜਾਖੜ ਜੀ ਵੱਲੋਂ ਇੱਕ ਬਿਆਨ ਆਇਆ ਕਿ ਜਿਸ ਦੇ ਵਿੱਚ ਕਿਹਾ ਗਿਆ ਕਿ CM ਪਦ ਦੇ ਲਈ ਉਹਨਾਂ ਦਾ ਜਿਹੜਾ ਸਭ ਤੋਂ 42 ਵੋਟਾਂ ਪਈਆਂ ਸੀਗੀਆਂ, ਚੰਨੀ ਜੀ ਨੂੰ 2 ਵੋਟਾਂ ਹੀ ਪਈਆਂ ਸੀਗੀਆਂ, ਤੋਂ ਆਪਣੇ ਆਪ ਦੇ ਵਿੱਚ ਵੱਡੀ ਇੱਕ ਕਾਂਗਰਸ ਦੇ ਅੰਦਰੂਨੀ ਖਾਨੇ ਜੰਗੇ ਦੀ ਗੱਲ ਸਾਹਮਣੇ ਆਉਂਦੀ। ਜੱਸੋਵਾਲ ਸਾਹਿਬ ਇਹ ਮੇਰੇ ਉੱਪਰ ਵੀ ਬਿਆਨ ਲੱਗ ਰਿਹਾ, ਉਹਦਾ ਕਾਰਨ ਹੈ ਕਿ ਵੀ ਇਹ ਹਾਈ ਕਮਾਂਡ ਨੇ ਤੈਅ ਕਰਨਾ ਹੈ ਤੇ ਹਾਈ ਕਮਾਂਡ ਜਿਹੜਾ ਹੁਣ ਦਾ ਸਿਨੈਰੀਓ ਹੈ ਉਹਦਾ ਸਿਨੈਰੀਓ 'ਚ ਫਰਕ ਹੈ, ਲੇਕਿਨ ਜਦੋਂ ਇਲੈਕਸ਼ਨ ਹੋਏਗਾ ਜਿੱਤ ਕੇ ਆਵਾਂਗੇ ਸਾਰੇ ਹਾਈ ਕਮਾਂਡ ਜਿਹਦੇ ਸਿਰ ਤੇ ਹੱਥ ਰੱਖੂਗੇ ਉਹ ਬਣ ਜਾਏਗਾ।